ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹਨ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ, ਸੁਭਾਗੈ ਦਾ ਮਤਲਬ ਭਾਗਾਂ ਵਾਲਾ, ਚੰਗੇ ਭਾਗਾਂ ਵਾਲਾ। ਘਰ ਦਾ ਮਤਲਬ ਹਿਰਦਾ, ਸੋਚ, ਮੈਂਟੈਲਿਟੀ। ਉਸ ਹਿਰਦੇ ਦੇ ਅੰਦਰ ਪੰਜ ਸ਼ਬਦ ਵੱਜਦੇ ਨੇ ਤੇ ਇਹਨਾਂ ਸ਼ਬਦਾਂ ਬਾਰੇ ਅਸੀਂ ਪਹਿਲਾਂ ਵਿਚਾਰ ਆਪ ਦੇ ਨਾਲ ਸਾਂਝੀ ਕਰ ਚੁੱਕੇ ਹਾਂ। ਮੈਂ ਇਹ ਚੀਜ਼ ਫਿਰ ਦੁਹਰਾ ਦਿਆਂ, ਕਿਉਂਕਿ ਜੋਗੀ ਜਿਹੜੇ ਨੇ ਉਹ ਇਹ ਮੰਨਦੇ ਹਨ ਕਿ ਜਦੋਂ ਅਸੀਂ ਸਮਾਧੀ ਲਾਉਂਦੇ ਹਾਂ ਤਾਂ ਦਸਮ ਦੁਆਰ ਵਿੱਚ ਪੰਜ ਕਿਸਮ ਦੇ ਸਾਜ਼ ਵੱਜਦੇ ਨੇ। ਜਿਵੇਂ ਛੈਣੇ ਆਦਿਕ ਨੇ ਧਾਤੂ ਦੇ, ਜਿਹਦੇ ਧਾਤੂ ਤੋਂ ਬਣੇ ਹੋਏ ਸਾਜ਼ ਨੇ। ਚਮੜੇ ਤੋਂ ਬਣੇ ਹੋਏ ਸਾਜ਼ ਨੇ, ਜਿਵੇਂ ਢੋਲਕੀ ਜਾਂ ਤਬਲਾ ਵਗੈਰਾ। ਤਾਰ ਦੇ ਸਾਜ਼ ਨੇ, ਜਿਵੇਂ ਸਾਰੰਗੀ ਵਗੈਰਾ ਹੈ। ਔਰ ਜਿਵੇਂ ਫੂਕ ਦੇ ਨਾਲ ਵੱਜਣ ਵਾਲੇ, ਹਵਾ ਨਾਲ ਵੱਜਣ ਵਾਲੇ ਬੰਸਰੀ ਵਗੈਰਾ, ਹਾਰਮੋਨੀਅਮ ਵਗੈਰਾ, ਔਰ ਘੜਾ। ਇਹ ਚਾਰ ਪੰਜ ਕਿਸਮ ਦੇ ਜਿਹੜੇ ਸਾਜ਼ਾਂ ਦੀਆਂ ਆਵਾਜ਼ਾਂ ਅੰਦਰ ਆਉਂਦੀਆਂ ਨੇ ਔਰ ਅੰਦਰ ਇੱਕ ਸੰਗੀਤ ਵੱਜਦਾ ਹੋਇਆ ਸੁਣਾਈ ਦਿੰਦਾ ਹੈ। ਇਹ ਜੋਗੀਆਂ ਦੀ ਮਨੌਤ ਹੈ। ਗੁਰਮਤ ਦਾ ਇਹਦੇ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੈ। ਦਸਮ ਦੁਆਰ ਜਿਹੜਾ ਹੈ ਗੁਰਬਾਣੀ ਦੇ ਅੰਦਰ ਦਿਮਾਗ ਵਾਸਤੇ ਵਰਤਿਆ ਗਿਆ ਹੈ। ਇਹ ਆਪਾਂ ਵਿਚਾਰ ਪਹਿਲਾਂ ਵੀ ਕਰ ਚੁੱਕੇ ਹਾਂ, ਅੱਗੇ ਚੱਲ ਕੇ ਫਿਰ ਕਰਾਂਗੇ। ਇੱਥੇ ਵਾਜੇ ਪੰਚ ਸ਼ਬਦ, ਪੰਚ ਦਾ ਮਤਲਬ ਸਿਰਮੌਰ, ਚੰਗੇ, ਸੁੰਦਰ, ਤੇ ਸ਼ਬਦ ਦਾ ਮਤਲਬ ਹੈ ਗੁਰੂ ਦਾ ਉਪਦੇਸ਼, ਰੱਬੀ ਗੁਣ। ਵਾਜੇ ਦਾ ਮਤਲਬ ਅੰਦਰ ਪ੍ਰਭਾਵ ਪਾਈ ਰੱਖਦੇ ਨੇ। ਜਿੱਥੇ ਵਾਜੇ ਵੱਜਦੇ ਹੋਣ ਨਾ, ਉੱਥੇ ਦੂਜੀਆਂ ਗੱਲਾਂ ਸੁਣਦੀਆਂ ਨਹੀਂ। ਜਿਵੇਂ ਕਿਸੇ ਤੁਸੀਂ ਵਿਆਹ ਸ਼ਾਦੀ ਵਿੱਚ ਜਾਂਦੇ ਹੋ, ਉੱਥੇ ਬੈਂਡ ਵਾਜੇ ਵੱਜ ਰਹੇ ਨੇ ਤੇ ਉਹਨਾਂ ਬੈਂਡ ਵਾਜਿਆਂ ਦੇ ਅੰਦਰ, ਰੌਲੇ ਦੇ ਅੰਦਰ ਕੋਈ ਦੂਜੀ ਗੱਲ ਸੁਣਾਈ ਨਹੀਂ ਦਿੰਦੀ। ਤਾਂ ਇੱਥੇ ਅੰਦਰ ਗੁਰੂ ਦੇ ਸ਼ਬਦ, ਗੁਰੂ ਦਾ ਉਪਦੇਸ਼, ਰੱਬੀ ਗੁਣਾਂ ਦਾ ਵਾਜਾ ਵੱਜਦਾ ਹੈ। ਹੋਰ ਕੋਈ ਵਿਕਾਰਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਵੱਜਣ ਦਾ ਮਤਲਬ ਹੈ ਪ੍ਰਭਾਵ। ਉਸ ਘਰ ਸੁਭਾਗੇ ਦੇ ਅੰਦਰ, ਭਾਗਾਂ ਵਾਲੇ ਘਰ ਦੇ ਅੰਦਰ, ਜੋ ਸੱਚੇ ਨਾਮ ਨੂੰ ਜੀਵਨ ਦਾ ਆਧਾਰ ਬਣਾਉਂਦਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਸ ਹਿਰਦੇ ਦੇ ਅੰਦਰ ਪੰਜ ਸ਼ਬਦ ਸ੍ਰੇਸ਼ਟ ਸਿਰਮੌਰ ਜੋ ਸ਼ਬਦ ਨੇ, ਪ੍ਰਭੂ ਦੀ ਸਿੱਧ ਸਲਾਹ ਦੇ ਵਾਜੇ ਵੱਜਦੇ। ਹੁਣ ਦੇਖੋ, ਕਿਸੇ ਦੇ ਅੰਦਰ ਕ੍ਰੋਧ ਦਾ ਵਾਜਾ ਵੱਜ ਰਿਹਾ ਹੈ, ਕਿਸੇ ਦੇ ਅੰਦਰ ਲੋਭ ਦਾ ਵਾਜਾ ਵੱਜ ਰਿਹਾ ਹੈ ਤੇ ਕਿਸੇ ਦੇ ਅੰਦਰ ਮੋਹ ਦਾ ਵਾਜਾ ਵੱਜ ਰਿਹਾ ਹੈ। ਇਹਨਾਂ ਵਿਕਾਰਾਂ ਕਰਕੇ ਮਨੁੱਖ ਕਿੰਨਾ ਦੁਖੀ ਔਰ ਅਸ਼ਾਂਤ ਹੈ। ਪਰ ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਸੱਚ ਦਾ ਵਾਜਾ ਹੈ, ਜਿਨ੍ਹਾਂ ਦੇ ਅੰਦਰ ਸੰਤੋਖ ਦਾ ਵਾਜਾ ਹੈ, ਜਿਨ੍ਹਾਂ ਦੇ ਅੰਦਰ ਪਿਆਰ ਦਾ ਵਾਜਾ ਵੱਜ ਰਿਹਾ ਹੈ, ਭਾਵ ਕਿ ਅੰਦਰ ਇਹਨਾਂ ਗੁਣਾਂ ਦਾ ਪ੍ਰਭਾਵ ਹੈ, ਤਾਂ ਉਹ ਘਰ ਭਾਗਾਂ ਵਾਲਾ ਹੈ। ਉਸ ਘਰ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ, ਉਸ ਹਿਰਦੇ ਦੇ ਅੰਦਰ ਖੁਸ਼ੀਆਂ ਪੈਦਾ ਹੁੰਦੀਆਂ ਨੇ। ਤਾਂ ਹੁਣ ਇਹ ਸਾਡੀ ਚੁਆਇਸ ਹੈ ਕਿ ਅਸੀਂ ਆਪਣੇ ਅੰਦਰ ਗੁਣਾਂ ਦਾ ਵਾਜਾ ਵਜਾਣਾ ਹੈ ਜਾਂ ਔਗੁਣਾਂ ਦਾ। ਅਸੀਂ ਆਪਣੇ ਜੀਵਨ ਦੇ ਅੰਦਰ ਸੱਚ ਨੂੰ ਸਥਾਨ ਦੇਣਾ ਹੈ ਜਾਂ ਕਿ ਝੂਠ ਔਰ ਪਾਪ ਵਿਕਾਰ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਸਥਾਨ ਦੇਣਾ ਹੈ। ਇਹ ਸਾਡੇ ਤੇ ਡਿਪੈਂਡ ਕਰੇਗਾ। ਹੁਣ ਉਹ ਘਰ ਸੁਭਾਗਾ ਕੌਣ ਹੈ? ਉਹ ਘਰ ਸੁਭਾਗਾ ਕਿਵੇਂ ਬਣਦਾ ਹੈ? ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਉਹ ਜਿਹੜਾ ਘਰ ਸੁਭਾਗਾ ਹੈ ਉਹ ਕੌਣ ਹੈ? ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ। ਜਿਸ ਹਿਰਦੇ ਘਰ ਦੇ ਅੰਦਰ ਤੂੰ ਕਲਾ ਧਾਰਨ ਕੀਤੀ ਹੈ, ਭਾਵ ਕਿ ਆਪਣੀ ਸ਼ਕਤੀ ਵਰਤਾਈ ਹੈ, ਜਿਸ ਹਿਰਦੇ ਘਰ ਦੇ ਅੰਦਰ ਤੂੰ ਆਣ ਕੇ ਵਸ ਗਿਆ ਹੈ, ਜੋ ਅਸੀਂ ਪਹਿਲਾਂ ਪੜ੍ਹਿਆ ਹੈ ਨਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਸ ਹਿਰਦੇ ਘਰ ਦੇ ਅੰਦਰ ਤੂੰ ਆਪਣੀ ਸੱਤਿਆ ਟਿਕਾਈ ਹੈ, ਉਸ ਹਿਰਦੇ ਘਰ ਦੇ ਅੰਦਰ ਸ਼ੁਭ ਗੁਣਾਂ ਦੇ ਵਾਜੇ ਵੱਜਦੇ ਨੇ। ਤੇ ਹੁਣ ਇਹ ਵੇਖੋ ਕਿ ਸੱਤਿਆ ਕਿਸ ਹਿਰਦੇ ਦੇ ਅੰਦਰ ਟਿਕਾਈ ਹੈ। ਤਾਂ ਪ੍ਰਭੂ ਦੀ ਸੱਤਿਆ ਤਾਂ ਹਰ ਹਿਰਦੇ ਦੇ ਅੰਦਰ ਹੀ ਹੈ। ਪ੍ਰਭੂ ਦੀ ਸੱਤਿਆ ਹਰ ਹਿਰਦੇ ਵਿੱਚ ਹੈ। ਪ੍ਰਭੂ ਦੀ ਸੱਤਿਆ ਹਰ ਸਰੀਰ ਦੇ ਅੰਦਰ ਮੌਜੂਦ ਹੈ। ਤਾਂ ਇਹਦਾ ਮਤਲਬ ਕਿ ਹਰ ਇਨਸਾਨ ਆਪਣੇ ਅੰਦਰੋਂ ਉਸ ਸੱਤਿਆ ਨੂੰ ਪ੍ਰਗਟ ਕਰ ਸਕਦਾ ਹੈ, ਆਪਣੇ ਹਿਰਦੇ ਦੇ ਅੰਦਰ ਪ੍ਰਭੂ ਦੇ ਗੁਣਾਂ ਨੂੰ ਵਸਾ ਸਕਦਾ ਹੈ, ਅੰਦਰੋਂ ਪ੍ਰਗਟ ਕਰ ਸਕਦਾ ਹੈ। ਜਿਵੇਂ ਅਸੀਂ ਲਗਾਤਾਰ ਕਲਾਸ ਦੇ ਅੰਦਰ ਇਹ ਵਿਚਾਰ ਕਰਦੇ ਚਲੇ ਆ ਰਹੇ ਹਾਂ, ਲਗਾਤਾਰ
कि हर हिरदे दे अंदर, हर शरीर दे अंदर गुण मौजूद ने। कोई भी शरीर ऐसा नहीं जिस शरीर दे अंदर गुण मौजूद ना होण। गुण हर हिरदे दे अंदर, हर शरीर दे अंदर बिल्कुल मौजूद ने। गल वखरी है कि कोई उन्हां गुणां दी वरतों करदा है ਜਾਂ उन्हां गुणां दी वरतों नहीं करदा। कोई भी साडे विचों ਇਹ नहीं कह सकता कि मेरे अंदर गुण नहीं ਹਨ। सत, संतोख, दया, धर्म, धीरज, ज्ञान, वैराग, निमानता, निरभैता, निर्वैरता, इंसानियत, ये सारे गुण हर मनुख दे अंदर मौजूद ने। कोई ये नहीं कह सकता कि मेरे विच ये गुण नहीं ਹਨ। हाँ, ਇਹ ਗੱਲ ਅਸੀਂ ਸਾਰੇ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰਦੇ। ਅਸੀਂ ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕਰਦੇ। ਵਰਤੋਂ ਅਸੀਂ ਔਗੁਣਾਂ ਦੀ ਕਰਦੇ ਹਾਂ। ਤੇ ਇੱਕ ਗੱਲ ਯਾਦ ਰੱਖਣ ਵਾਲੀ ਹੈ, ਖੇਤ ਦੇ ਅੰਦਰ ਫਸਲ ਪੈਦਾ ਕਰਨ ਲਈ ਯਤਨ ਕਰਨਾ ਪੈਂਦਾ ਹੈ। ਤੇ ਜਿਹੜਾ ਨਦੀਨ ਹੈ, ਘਾਸ ਫੂਸ ਹੈ, ਉਹ ਬਿਨਾਂ ਯਤਨ ਤੋਂ ਆਪਣੇ ਆਪ ਉਗ ਪੈਂਦਾ ਹੈ। ਫਿਰ ਉਸ ਫਸਲ ਦੇ ਅੰਦਰੋਂ ਉਸ ਘਾਸ ਫੂਸ ਨੂੰ ਕਿਸਾਨ ਜਿਹੜਾ ਹੈ ਉਹ ਪੁੱਟਦਾ ਰਹਿੰਦਾ ਹੈ, ਉਹਨੂੰ ਖਤਮ ਕਰਦਾ ਰਹਿੰਦਾ ਹੈ, ਤਾਂ ਫਸਲ ਜਿਹੜੀ ਹੈ ਠੀਕ ਢੰਗ ਦੇ ਨਾਲ ਬਚਦੀ ਹੈ। ਗੁਣਾਂ ਦੇ ਧਾਰਨੀ ਹੋਣ ਵਾਸਤੇ ਸਾਨੂੰ ਯਤਨ ਕਰਨਾ ਪਵੇਗਾ। ਤੇ ਜੇ ਗੁਣਾਂ ਦੇ ਧਾਰਨੀ ਹੋਣ ਲਈ ਅਸੀਂ ਯਤਨ ਨਹੀਂ ਕਰਾਂਗੇ ਤਾਂ ਔਗਣ ਆਟੋਮੈਟਿਕਲੀ ਆ ਜਾਣਗੇ। ਕੁਦਰਤ ਕੋਈ ਅਸਥਾਨ ਖਾਲੀ ਨਹੀਂ ਛੱਡਦੀ। ਕੁਦਰਤ ਕੋਈ ਅਸਥਾਨ ਖਾਲੀ ਨਹੀਂ ਛੱਡਦੀ। ਜਦੋਂ ਅਸੀਂ ਇੱਕ ਚੀਜ਼ ਖਾਲੀ ਕਰਦੇ ਹਾਂ ਤਾਂ ਕੁਦਰਤ ਉੱਥੇ ਦੂਜੀ ਚੀਜ਼ ਜਿਹੜੀ ਹੈ ਉਹ ਭੇਜ ਦਿੰਦੀ ਹੈ। ਕੁਦਰਤ ਉੱਥੇ ਦੂਜੀ ਚੀਜ਼ ਭੇਜ ਦਿੰਦੀ ਹੈ। ਜਿਵੇਂ ਅਸੀਂ ਪਾਣੀ ਇੱਕ ਗਲਾਸ ਭਰਿਆ ਹੈ, ਉਸ ਪਾਣੀ ਨੂੰ ਅਸੀਂ ਬਾਹਰ ਡੋਲ ਦਿੱਤਾ ਤਾਂ ਸਾਡੇ ਖਿਆਲ ਦੇ ਅੰਦਰ ਗਲਾਸ ਖਾਲੀ ਹੋ ਗਿਆ, ਪਰ ਕੁਦਰਤ ਨੇ ਪਾਣੀ ਬਾਹਰ ਡੁੱਲਦਿਆਂ ਹੀ ਉਸ ਗਲਾਸ ਨੂੰ ਹਵਾ ਦੇ ਨਾਲ ਭਰ ਦਿੱਤਾ। ਇਸੇ ਤਰ੍ਹਾਂ ਜਦੋਂ ਅਸੀਂ ਸੱਚ ਨੂੰ ਆਪਣੇ ਹਿਰਦੇ ਵਿੱਚੋਂ ਬਾਹਰ ਕੱਢ ਦਿੰਦੇ ਹਾਂ ਨਾ, ਤਾਂ ਝੂਠ ਉੱਥੇ ਆਪਣੇ ਆਪ ਆ ਜਾਂਦਾ ਹੈ। ਜਿੱਥੇ ਸੱਚ ਨਹੀਂ ਹੈ ਉੱਥੇ ਝੂਠ ਆਟੋਮੈਟਿਕਲੀ ਆ ਜਾਏਗਾ। ਜਿੱਥੇ ਪ੍ਰੇਮ ਨਹੀਂ ਹੈ ਉੱਥੇ ਈਰਖਾ ਔਰ ਕ੍ਰੋਧ ਆਟੋਮੈਟਿਕਲੀ ਆ ਜਾਏਗਾ। ਜਿੱਥੇ ਪ੍ਰੇਮ ਨਹੀਂ ਹੈ ਉੱਥੇ ਮੋਹ ਆ ਜਾਏਗਾ। ਜਿੱਥੇ ਨਿਮਰਤਾ ਨਹੀਂ ਹੈ ਉੱਥੇ ਹੰਕਾਰ ਆਟੋਮੈਟਿਕਲੀ ਆ ਜਾਏਗਾ। ਇਸ ਲਈ ਅਸੀਂ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰਨਾ ਹੈ। ਅੰਦਰ ਵਾਸਤੇ ਅਸੀਂ ਗੁਣਾਂ ਨੂੰ ਵਰਤੋਂ ਵਿੱਚ ਲਿਆਉਣਾ ਹੈ। ਤਾਂ ਜਿਹੜੇ ਉਸ ਗੁਣਾਂ ਨੂੰ ਵਰਤੋਂ ਕਰਦੇ ਨੇ ਉਸ ਹਿਰਦੇ ਘਰ ਦੇ ਅੰਦਰ ਫਿਰ ਸ਼ੁਭ ਗੁਣਾਂ ਦੇ ਵਾਜੇ ਹੀ ਵੱਜਦੇ ਨੇ। ਉੱਥੇ ਔਗੁਣਾਂ ਦਾ ਕੋਈ ਵਾਜਾ ਨਹੀਂ ਵੱਜਦਾ। ਤੇ ਜਿਸ ਹਿਰਦੇ ਦੇ ਅੰਦਰ ਸੱਤਿਆ ਹੈ, ਰੱਬੀ ਗੁਣ ਵਸ ਰਹੇ ਨੇ, ਕਲਾ ਜਿਤ ਕਰ ਧਾਰੀਆ ਦਾ ਮਤਲਬ ਜਿਸ ਹਿਰਦੇ ਘਰ ਦੇ ਅੰਦਰ ਤੂੰ ਆਪਣੇ ਗੁਣ ਵਸਾਏ ਨੇ, ਜੋ ਤੇਰੇ ਗੁਣਾਂ ਨੂੰ ਵਰਤੋਂ ਵਿੱਚ ਲਿਆ ਰਿਹਾ ਹੈ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਉਸ ਮਨੁੱਖ ਦੇ ਜਿਹੜੇ ਪੰਜ ਦੂਤ ਨੇ, ਦੁਸ਼ਮਣ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਗੈਰਾ, ਉਹ ਤੂੰ ਉਹਦੇ ਵਸ ਦੇ ਅੰਦਰ ਕਰ ਦਿੱਤੇ। ਕਾਲ ਕੰਟਕ, ਕਾਲ ਕੰਟਕ ਦਾ ਮਤਲਬ ਦੁਖਦਾਈ ਮੌਤ। ਹੁਣ ਦੇਖੋ ਮੌਤ ਕਿੰਨੀ ਦੁਖਦਾਈ ਹੈ। ਮੌਤ ਤੋਂ ਹਰ ਬੰਦਾ ਭੈਭੀਤ ਹੈ। ਮੌਤ ਤੋਂ ਹਰ ਬੰਦਾ ਡਰਦਾ ਹੈ। ਸਰੀਰਕ ਮੌਤ ਦਾ ਨਾਮ ਸੁਣਦਿਆਂ ਹੀ ਬੰਦਾ ਥਰ ਥਰ ਕੰਬਣ ਲੱਗ ਪੈਂਦਾ ਹੈ। ਬੰਦਾ ਲੰਬੀ ਜ਼ਿੰਦਗੀ ਜੀਣਾ ਚਾਹੁੰਦਾ ਹੈ। ਹੁਣ ਇਹ ਡਰ ਹੈ ਮੌਤ ਦਾ। ਤੇ ਦੂਜੇ ਪਾਸੇ ਪੰਜ ਕਾਮਾਦਿਕ ਜੋ ਵਿਕਾਰ ਨੇ ਉਹ ਬੰਦੇ ਨੂੰ ਦੁਖੀ ਕਰ ਰਹੇ ਨੇ। ਪਰ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਜਿਸ ਹਿਰਦੇ ਅੰਦਰ ਤੂੰ ਆਪਣੀ ਕਲਾ ਧਾਰੀ ਹੈ, ਭਾਵ ਜਿਸ ਮਨੁੱਖ ਨੇ ਤੇਰੇ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾ ਲਿਆ ਹੈ, ਇਹ ਜਿਹੜੇ ਪੰਜ ਦੂਤ ਨੇ ਤੂੰ ਉਹਦੇ ਵਸ ਦੇ ਅੰਦਰ ਕਰ ਦਿੱਤੇ ਨੇ। ਫਿਰ ਉਸ ਬੰਦੇ ਦਾ ਜੀਵਨ ਦੇ ਅੰਦਰ ਦੁੱਖ ਨਹੀਂ ਰਹਿ ਜਾਂਦਾ, ਉਹਦੇ ਜੀਵਨ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ। ਜਰਾ ਝਾਤ ਮਾਰੋ ਇਸ ਸੰਸਾਰ ਵਿੱਚ, ਜੋ ਮਨੁੱਖ ਕਾਮ ਦੇ ਅਧੀਨ ਹੈ, ਜਿਸ ਦੀ ਸੋਚ ਦੇ ਅੰਦਰ ਕਾਮ ਵਾਸਨਾ ਪ੍ਰਬਲ ਹੈ, ਕਿਤਨਾ ਦੁਖੀ ਔਰ ਅਸ਼ਾਂਤ ਹੈ ਉਹ ਮਨੁੱਖ। ਉਹਦੇ ਮਨ ਦੇ ਅੰਦਰ ਇੱਕ ਪਲ ਵਾਸਤੇ ਵੀ ਸ਼ਾਂਤੀ ਨਹੀਂ ਹੈ। ਉਹ ਕਿਸੇ ਧੀ ਭੈਣ ਦੀ ਨਜ਼ਰ ਦੇ ਨਾਲ ਨਹੀਂ ਤੱਕੇਗਾ। ਉਹਦਾ ਜੀਵਨ ਰੋਗੀ ਹੋਏਗਾ, ਉਹਦਾ ਜੀਵਨ ਉਲਾਰੂ ਹੋਏਗਾ। ਤੇ ਕਿੰਨੇ ਸਾਰੇ ਲੋਕ ਐਸੇ ਨੇ
जिन्हां ने काम वासनावां दे अधीन अपने किन्ने प्यारे नाते और संबंध खराब कर लेने, अपने घर बर्बाद कर लेने, जेलों के अंदर सजा भुगत रहे हैं। कितने सारे लोग ऐसे आप वेख सकते हो। क्रोध के अधीन है जो मनुख क्रोध के अधीन है, वो मनुख कितना परेशान है, किवें वो उच्चा उच्चा बोलता है। क्रोध के कारण कितने सारे कतल हो जाते हैं। क्रोध के कारण मनुख किन्ने अपने संबंध तोड़ बैठता है। क्रोधी मनुख अपने घर दे समान दी भी तोड़ फोड़ करदा होया नजरी पैंदा है। लोभ के अधीन जिहड़ा मनुख है, कितना अशांत है वो मनुख। दिन रात उहदे मन नूं चैन नहीं है। बेगानियां प्रॉपर्टियां हड़प्पन दे वो यतन विच है। किवें वो ऐसे लोग जिहड़े ने दुनिया दे अंदर धोखाधड़ी और मिलावट, रिश्वतखोरी, ये सारा कुछ लोभ के कारण ही हो रहा है। और लोभ लहर के अंदर फसिया हुआ बंदा किवें सारी जिंदगी बांदर की तरह दर दर दे उत्ते नचदा फिरदा है। मरकट मुश्ती अनाज की मन बौरारे, लीनी हाथ पसार, छूटन को सहसा परया मन बौरारे, नाचियो घर घर बार, वो घर घर दे दरवाजे दे अगे नचदा होया नजरी पैंदा है। यानी वो परेशानी वाली जिंदगी जिहड़ा है जी रहा है। इस मनुख के जीवन में लोभ है, भाव कि जिहड़ा लोभ लहर के अंदर फसिया हुआ है। ऐसे मनुख का जीवन आप नूं परेशानियां दा भरिया होया नजरी पवे। जो मनुख मोह के अंदर खचत है, स्वार्थ विच खचत है, जिसकी जिंदगी के अंदर स्वार्थ है, किवें वो मनुख अपने जीवन नूं बर्बाद कर लैंदा है। मोह ही ते है सी जिस करके महाभारत वर्गे वड्डे वड्डे युद्ध हुए हैं। अपनियां ने ही खून बहाया है। और जेड़ा बंदा हंकार दे अंदर खचत है, हंकार दे अधीन है, उस बंदे वाल एक बार तक के वेखो कि किन्ना वो परेशान है। जिथे भी जाएगा किसी खुशी गमी के प्रोग्राम के अंदर हंकारी मनुख परेशान रहेगा। और कला आप परेशान नहीं रहेगा, वो दूजियां नूं भी परेशान करेगा। ਤਾਂ गुरु पातशाह जी कहते हैं, हे प्रभु जिस हिरदे घर दे अंदर तेरी कला है, जिथे तेरे गुण ने, जिन्हां ने तेरे उन्हां गुणां नूं यूज कीता है, प्रयोग विच लिआंदा है, वरतों विच लिआंदा है, पंच दूत तुद वस कीते, ये पंज दूत जिहड़े ने तू ओहदे वस विच कर दित्ते ने। कि वो पंजां दूतां दे अधीन नहीं है, वो पंजां दूतां दे अधीन नहीं, सगों ਜਿਹੜੇ विकार ने ਉਹ ਉਹਦੇ अधीन ने, ये जज्बे उसके अपने अधीन ने। ਤੇ याद रखना, इन्हां पंजां जज्बियां दी जो ठीक वरतों करेगा ना, उस मनुख की जिंदगी के अंदर आनंद पैदा होएगा। जो रब्बी गुणां नूं वरतों विच लिआंदा है, जो इंसान गुरमत आशे अनुसार जिंदगी जींदा है, जो हुक्म रजाई चलता है, ਉਹਦੇ अंदर काम का जज्बा है, लेकिन वो लज्जा, हया और शर्म के अंदर कन्वर्ट हो जाता है। वो ऐसे जो लोग ने अपनी पत्नी और पति तो बिना बाकी सारे दुनिया दियां इस्त्रियां पुरुषां नूं अपने धीआं भैणां जां मावां भरावां और पिता दे समान समझदे ने। उन्हां दी जिंदगी दे अंदर हया हुंदी है, लज्जा हुंदी है, शर्म हुंदी है, उन्हां दा जीवन उच्चा हुंदा है, उन्हां दा आदर्श उच्चा। ऐसे मनुखां दे अंदर जो क्रोध है वो वीर रस दे विच कन्वर्ट हो जांदा है। वो लड़दे ने मनुखी हक्कां वास्ते। सूरा सो पहचानिए जो लड़े दीन के हेत, पुरजा पुरजा कट मरे कबहू ना छाड़े खेत। वो मनुखी हक्कां वास्ते लड़नगे। उन्हां दे अंदर क्रोध जिहड़ा है वीर रस के अंदर कन्वर्ट हो जाएगा। वो लोग सुखी और शांत रहणगे। वो लोग दूजियां नूं सुख और शांति देणगे। उन्हां दे अंदर जो मोह है, मोह जिहड़ा है प्रेम दे अंदर कन्वर्ट हो जाएगा। उन्हां दे जीवन विच स्वार्थ नहीं होएगा। वो निस्वार्थ भावना दे नाल जिंदगी जीणगे। उन्हां दे जीवन दे अंदर प्रेम होएगा, निरोल प्रेम। वो कुदरत दे नाल प्यार करन वाले होणगे।
ਉਹ ਪ੍ਰਭੂ ਦੇ ਨਾਲ ਪਿਆਰ ਕਰਨ ਵਾਲੇ ਹੋਣਗੇ, ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲੇ ਹੋਣਗੇ। ਉਹਨਾਂ ਦਾ ਆਪਣੇ ਆਪ ਦੇ ਨਾਲ ਪਿਆਰ ਹੋਏਗਾ, ਪਰਿਵਾਰ ਨਾਲ ਪਿਆਰ ਹੋਏਗਾ, ਸਮਾਜ ਔਰ ਸੰਸਾਰ ਦੇ ਨਾਲ ਪਿਆਰ ਹੋਏਗਾ, ਕਿਉਂਕਿ ਉਹ ਸਾਰਿਆਂ ਦੇ ਅੰਦਰ ਵਸਦੇ ਇੱਕ ਰੱਬ ਨੂੰ ਵੇਖਦੇ ਹਨ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੋਏਗੀ। ਜਿਹੜੇ ਰੱਬੀ ਗੁਣਾਂ ਨੂੰ ਯੂਜ਼ ਕਰਨਗੇ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬੀ ਸੱਤਿਆ ਹੈ, ਪ੍ਰਭੂ ਦਾ ਨਾਮ, ਰੱਬ ਦੀ ਸਿਫਤ ਸਲਾਹ ਹੈ, ਉਹਨਾਂ ਦੇ ਅੰਦਰ ਹੰਕਾਰ ਨਹੀਂ ਹੋਏਗਾ। ਉਹਨਾਂ ਦਾ ਹੰਕਾਰ ਨਿਮਰਤਾ ਦੇ ਅੰਦਰ ਕਨਵਰਟ ਹੋ ਜਾਏਗਾ, ਸਵਾਭਿਮਾਨ ਦੇ ਅੰਦਰ ਕਨਵਰਟ ਹੋ ਜਾਏਗਾ। ਨਾ ਉਹਨਾਂ ਵਿੱਚ ਇਨਫੀਰੀਓਰਿਟੀ ਕੰਪਲੈਕਸ ਹੈ, ਨਾ ਉਹਨਾਂ ਵਿੱਚ ਸੁਪਰੀਓਰਿਟੀ ਕੰਪਲੈਕਸ ਹੈ, ਸਗੋਂ ਉਹ ਸਵਾਭਿਮਾਨੀ ਹੁੰਦੇ ਨੇ। ਇਹ ਪੰਜੇ ਜੋ ਵਿਕਾਰ ਨੇ ਉਹਨਾਂ ਦੇ ਅਧੀਨ ਨੇ, ਤੇ ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਆਪਣੇ ਵਸ ਦੇ ਅੰਦਰ ਕਰ ਲਿਆ ਹੈ, ਉਹਨਾਂ ਦੇ ਜੀਵਨ ਦੇ ਅੰਦਰ ਹੀ ਆਨੰਦ ਪੈਦਾ ਹੁੰਦਾ ਹੈ। ਤਾਂ ਵੀਰ ਤਰਲੋਚਨ ਸਿੰਘ ਜੀ, ਜੇਕਰ ਤੁਸੀਂ ਮੇਰੀ ਆਵਾਜ਼ ਨੂੰ ਸੁਣ ਰਹੇ ਹੋ ਤੇ ਆ ਜਿਹੜੀ ਇਹ ਆਪਣੀ ਸਕਰੀਨ ਹੈ ਨਾ, ਇਹ ਤੇ ਸਿਰਫ ਤੁਹਾਡਾ ਨਾਮ ਡਿਸਪਲੇ ਹੋ ਰਿਹਾ ਹੈ, ਇਹ ਔਨ ਕਰ ਦਿਓ, ਜਿਸ ਕਰਕੇ ਸਾਰੇ ਵੀਰ ਭੈਣਾਂ ਦਿਸਣਗੇ। ਤਾਂ ਅੱਗੇ ਕਰਦੇ ਨੇ, ਪੰਚ ਦੂਤ ਤੋਂ ਦਵਸ ਕੀਤੇ, ਕਾਲ ਕੰਟਕ ਮਾਰਿਆ। ਵੀਰ ਜੀ ਸਾਰੀ ਸਕਰੀਨ ਕਰ ਦਿਓ ਔਨ, ਜਿਸ ਕਰਕੇ ਸਾਰਿਆਂ ਦੀ ਉਹ ਡਿਸਪਲੇ। ਮੇਰੇ ਵੱਲੋਂ ਤਾਂ ਸਾਰਿਆਂ ਦੀ ਔਨ ਹੈ ਜੀ, ਸਿਰਫ ਤੁਹਾਡਾ ਹੀ ਦਿਸ ਰਿਹਾ ਮੈਨੂੰ। ਚਲੋ ਖੈਰ ਕੋਈ ਨਾ। ਅੱਛਾ, ਇੱਕ ਹੁਣ ਕਿੱਦਾਂ ਜੀ? ਅਜੇ ਵੀ ਸੇਮ ਹੈ? ਹਾਂਜੀ ਸੇਮ ਹੀ। ਕੁਰਬਾਨ ਅਗਲਾ ਬਚਨ ਕਰਦੇ ਨੇ ਗੁਰਦੇਵ ਪਾਤਸ਼ਾਹ ਜੀ ਕਿ ਇਹ ਜੋ ਸਾਡਾ ਜੀਵਨ ਹੈ ਇਹ ਕੈਸਾ ਫਿਰ ਬਣ ਜਾਏਗਾ। ਗੁਰੂ ਜੀ ਸਾਨੂੰ ਸਮਝਾਉਂਦੇ ਹਨ, ਕਾਲ ਕੰਟਕ ਮਾਰਿਆ, ਕਿ ਉਸ ਦੀ ਜ਼ਿੰਦਗੀ ਦੇ ਅੰਦਰੋਂ ਜੋ ਕਾਲ ਹੈ ਨਾ ਉਹ ਵੀ ਖਤਮ ਹੋ ਜਾਏਗਾ। ਉਹਦੇ ਜੀਵਨ ਦੇ ਅੰਦਰ ਕਾਲ ਨਹੀਂ ਰਹੇਗਾ, ਉਹਨੂੰ ਮੌਤ ਦਾ ਡਰ ਨਹੀਂ ਰਹੇਗਾ, ਉਹਦੇ ਜੀਵਨ ਵਿੱਚ ਮੌਤ ਦਾ ਡਰ ਨਹੀਂ ਰਹੇਗਾ। ਮੀਨਸ ਕਿ ਆਤਮਕ ਮੌਤੇ ਐਸੇ ਇਨਸਾਨ ਫਿਰ ਨਹੀਂ ਮਰਦੇ, ਪਹਿਲੀ ਗੱਲ। ਦੂਜੀ ਗੱਲ ਹੈ, ਉਹਨਾਂ ਨੂੰ ਮੌਤ ਦੁਖਦਾਈ ਨਹੀਂ ਭਾਸਦੀ। ਮੌਤ ਵੀ ਦੁਖਦਾਈ ਉਹਨਾਂ ਨੂੰ ਹੀ ਭਾਸਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਵਿਕਾਰ ਨੇ। ਉਹਨਾਂ ਨੂੰ ਹਰ ਵਕਤ ਮੌਤ ਦਾ ਖਤਰਾ ਬਣਿਆ ਰਹਿੰਦਾ ਹੈ। ਤੇ ਜੋ ਰੱਬੀ ਰਜ਼ਾ ਦੇ ਅੰਦਰ ਤੁਰਨ ਵਾਲੇ ਲੋਕ ਨੇ, ਰੱਬੀ ਰਜ਼ਾ ਦੇ ਅੰਦਰ ਤੁਰਨ ਵਾਲੇ, ਹੁਕਮ ਰਜ਼ਾਈ ਚੱਲਣ ਵਾਲੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਇਹ ਜੋ ਸਰੀਰਕ ਮੌਤ ਹੈ ਇਹ ਜ਼ਰੂਰੀ ਹੈ, ਇਹ ਰੱਬ ਦੇ ਸਿਸਟਮ ਦੇ ਅੰਦਰ ਹੈ। ਇਸ ਮੌਤ ਨੇ ਇੱਕ ਦਿਨ ਆਉਣਾ ਹੀ ਆਉਣਾ ਹੈ। ਉਹ ਸਰੀਰਕ ਮੌਤ ਤੋਂ ਵੀ ਡਰਦੇ ਨਹੀਂ ਹਨ। ਇਸ ਲਈ ਉਹਨਾਂ ਲੋਕਾਂ ਦੇ ਜੀਵਨ ਦੇ ਅੰਦਰ ਖੁਸ਼ੀ ਪੈਦਾ ਫਿਰ ਹੋ ਜਾਂਦੀ ਹੈ। ਕਿਹਨਾਂ ਦੇ ਜੀਵਨ ਵਿੱਚ? ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਵਰਤਿਆ ਹੈ। ਕਲਾਜਿਤ ਕਰਤਾਰੀਆ ਦਾ ਮਤਲਬ ਜਿਸ ਹਿਰਦੇ ਅੰਦਰ, ਜਿਸ ਮਨੁੱਖ ਨੇ ਆਪਣੀ ਸੋਚ ਦੇ ਅੰਦਰ ਤੇਰੇ ਗੁਣਾਂ ਨੂੰ ਵਸਾ ਲਿਆ ਹੈ, ਉਹਦੇ ਪੰਜ ਦੂਤ ਅਧੀਨ ਹੋ ਜਾਂਦੇ ਹਨ ਔਰ ਉਹਨਾਂ ਨੇ ਦੁਖਦਾਈ ਮੌਤ ਨੂੰ ਵੀ ਮਾਰ ਲਿਆ ਹੁੰਦਾ ਹੈ। ਭਾਵ ਕਿ ਉਹਨਾਂ ਦੇ ਅੰਦਰ ਨਾ ਸਰੀਰਕ ਮੌਤ ਦਾ ਡਰ ਰਹਿੰਦਾ ਹੈ ਔਰ ਨਾ ਹੀ ਉਹਨਾਂ ਨੂੰ ਆਤਮਕ ਮੌਤ ਆਉਂਦੀ ਹੈ। ਉਹਨਾਂ ਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ, ਉਹਨਾਂ ਦੀ ਜ਼ਮੀਰ ਦੀ ਮੌਤ ਕਦੇ ਨਹੀਂ ਹੁੰਦੀ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਧੁਰ ਕਰਮ ਪਾਇਆ, ਧੁਰ ਕਰਮ ਦਾ ਮਤਲਬ ਧੁਰ ਤੋਂ ਹੀ, ਕਰਮ ਪਾਇਆ ਦਾ ਮਤਲਬ ਜਿਨ੍ਹਾਂ ਦੇ ਅੰਦਰ ਇਹ ਕਰਮ ਪਾਏ ਨੇ, ਮੀਨਸ ਜਿਨ੍ਹਾਂ ਦੇ ਅੰਦਰ ਸੰਸਕਾਰ ਨੇ। ਦੇਖੋ, ਸਾਡੀ ਜ਼ਿੰਦਗੀ ਸਾਡੀ ਸੋਚ ਦੇ ਉੱਤੇ ਡਿਪੈਂਡ ਕਰਦੀ ਹੈ। ਜਿਵੇਂ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਕੰਪਿਊਟਰ ਖਰੀਦ ਕੇ ਲਿਆਂਦੇ ਹਾਂ, ਤੇ ਕੰਪਿਊਟਰ ਖਰੀਦਣ ਤੋਂ ਬਾਅਦ ਉਹਦੇ ਅੰਦਰ ਅਸੀਂ ਕਿਹੜਾ ਸੌਫਟਵੇਅਰ ਡਾਊਨਲੋਡ ਕਰਨਾ ਹੈ ਉਹ ਸਾਡੇ ਤੇ ਡਿਪੈਂਡ ਕਰਦਾ ਹੈ। ਉਸ ਕੰਪਿਊਟਰ ਦੇ ਅੰਦਰ ਅਸੀਂ ਕੀ ਫਾਈਲਾਂ ਬਣਾਉਣੀਆਂ ਨੇ ਉਹ ਸਾਡੇ ਤੇ ਡਿਪੈਂਡ ਕਰਦਾ ਹੈ। ਤਾਂ ਇਸੇ ਤਰ੍ਹਾਂ ਸਾਡਾ ਦਿਮਾਗ ਇੱਕ ਕੰਪਿਊਟਰ ਦੀ ਨਿਆਈ ਹੈ। ਇਹਦੇ ਅੰਦਰ ਅਸੀਂ ਸੌਫਟਵੇਅਰ ਕਿਹੜੇ ਡਾਊਨਲੋਡ ਕਰਨੇ ਨੇ, ਗੁਣ ਜਾਂ ਅਵਗੁਣ, ਅਸੀਂ ਉਹ ਕਿਹੜੇ ਗੁਣ ਔਗਣ ਆਪਣੇ ਹਿਰਦੇ ਦੇ ਅੰਦਰ ਵਸਾਣੇ ਨੇ ਉਹਦੇ ਤੇ ਡਿਪੈਂਡ ਕਰੇਗਾ। ਜਿਵੇਂ ਜਿਵੇਂ ਬੰਦਾ ਆਪਣੇ ਮਨ ਅੰਦਰ ਵਿਚਾਰ ਪੈਦਾ ਕਰਦਾ ਹੈ, ਕਲਪਨਾ ਪੈਦਾ ਕਰਦਾ ਹੈ, ਉਹ ਕਲਪਨਾ, ਉਹ ਉਸ ਦੇ ਵਿਚਾਰ ਸੰਸਕਾਰ ਬਣਦੇ ਜਾਂਦੇ ਹਨ ਤੇ ਉਹ ਸੰਸਕਾਰ ਮਨੁੱਖ ਦਾ ਸੁਭਾਅ ਬਣੀ ਜਾਂਦਾ ਹੈ।
ਉਹ ਸੰਸਕਾਰ ਮਨੁੱਖ ਦਾ ਸੁਭਾਅ ਬਣੀ ਜਾਂਦਾ ਹੈ ਤੇ ਉਸ ਸੁਭਾਅ ਮੁਤਾਬਕ ਹੀ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਜੀਂਦਾ ਹੈ। ਉਸ ਸੁਭਾਅ ਦੇ ਮੁਤਾਬਕ ਹੀ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਜੀਂਦਾ ਹੈ। ਉਸ ਸੁਭਾਅ ਦੇ ਮੁਤਾਬਕ ਹੀ ਉਹ ਕਰਮ ਕਰਦਾ ਹੈ ਤੇ ਉਸ ਕਰਮ ਦੇ ਮੁਤਾਬਕ ਹੀ ਉਸ ਬੰਦੇ ਨੂੰ ਸੁੱਖ ਜਾਂ ਦੁੱਖ ਦੇ ਜਿਹੜੇ ਫਲ ਨੇ ਉਹ ਮਿਲਦੇ ਨੇ। ਚਾਹੇ ਉਹ ਸੁੱਖ ਹੈ ਚਾਹੇ ਉਹ ਦੁੱਖ ਹੈ, ਸਾਡੇ ਸੁਭਾਅ ਮੁਤਾਬਕ ਹੀ ਸਾਨੂੰ ਮਿਲਣਗੇ, ਕਿਉਂਕਿ ਅਸੀਂ ਸੁਭਾਅ ਮੁਤਾਬਕ ਜ਼ਿੰਦਗੀ ਜੀਣੀ ਹੈ। ਸਾਡੀਆਂ ਜਿਹੋ ਜਿਹੀਆਂ ਆਦਤਾਂ ਬਣ ਗਈਆਂ ਨੇ ਉਸੇ ਢੰਗ ਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਵਰਤੋਂ ਕਰਨੀ ਹੈ। ਇਸ ਲਈ ਆਪਣੀਆਂ ਆਦਤਾਂ ਬਣਾਉਣ ਲੱਗਿਆਂ ਸੈਂਕੜੇ ਵਾਰ ਸੋਚੋ ਤੇ ਆਦਤਾਂ ਜਿਹੜੀਆਂ ਨੇ ਕਦੋਂ ਸਾਡੀਆਂ ਪੱਕੀਆਂ ਹੋ ਜਾਂਦੀਆਂ ਨੇ ਸਾਨੂੰ ਪਤਾ ਵੀ ਨਹੀਂ ਲੱਗਦਾ। ਇਸ ਲਈ ਜ਼ਰੂਰਤ ਹੈ ਕਿ ਅਸੀਂ ਜਦੋਂ ਵੀ ਸੋਚੀਏ ਚੰਗਾ ਸੋਚੀਏ, ਜਦੋਂ ਵੀ ਬੋਲੀਏ ਚੰਗਾ ਬੋਲੀਏ। ਸਾਡੇ ਅੰਦਰ ਜਦੋਂ ਵੀ ਕੋਈ ਨੈਗੇਟਿਵ ਵਿਚਾਰ ਆਵੇ ਤਾਂ ਨਾਲ ਦੇ ਨਾਲ ਉਸ ਨੂੰ ਡਿਲੀਟ ਕਰੀਏ, ਉਹਦੀ ਜਗ੍ਹਾ ਤੇ ਪੋਜ਼ਿਟਿਵ ਸੋਚਣ ਦਾ ਯਤਨ ਕਰੀਏ, ਕਿਉਂਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜੋ ਬੰਦਾ ਬਰਤਨ ਦੇ ਅੰਦਰ ਪਾਏਗਾ ਉਹੀ ਨਿਕਲੇਗਾ। ਜੇ ਕਿਸੇ ਨੇ ਦਾਲ ਬਣਾਈ ਹੈ ਤਾਂ ਦਾਲ ਬਣਾ ਕੇ ਤੇ ਜੇ ਉਹ ਚੋਂ ਮਟਰ ਪਨੀਰ ਕੱਢਣਾ ਚਾਹੇ ਤੇ ਨਹੀਂ ਕੱਢ ਪਾਏਗਾ, ਸ਼ਾਹੀ ਪਨੀਰ ਨਹੀਂ ਕੱਢ ਪਾਏਗਾ, ਦਾਲ ਹੀ, ਕਿਉਂਕਿ ਬਣਾਈ ਦਾਲ ਹੈ। ਜਿਹੜਾ ਆਪਣੇ ਅੰਦਰ ਔਗਣ ਸੋਚ ਰਿਹਾ ਹੈ, ਈਰਖਾ ਦਵੇਸ਼ ਵੈਰ ਵਿਰੋਧ ਬਾਰੇ ਵਿਚਾਰ ਪੈਦਾ ਕਰਦਾ ਹੈ, ਜੋ ਬੰਦਾ ਆਪਣੇ ਅੰਦਰ ਨੈਗੇਟਿਵ ਸੋਚਦਾ ਹੈ ਕਿ ਮੈਂ ਤੇ ਕਾਮਯਾਬ ਹੀ ਨਹੀਂ ਹੋ ਸਕਦਾ, ਮੇਰੇ ਤੋਂ ਤੇ ਕੁਝ ਹੋਣਾ ਹੀ ਨਹੀਂ ਹੈ, ਮੈਂ ਤਾਂ ਕਦੇ ਵੀ ਸਫਲ ਨਹੀਂ ਹੋਵਾਂਗਾ, ਤਾਂ ਉਹ ਮਨੁੱਖ ਕਦੇ ਵੀ ਸਫਲ ਨਹੀਂ ਹੋਏਗਾ, ਕਿਉਂਕਿ ਉਹਦੇ ਅੰਦਰੋਂ ਵਿਚਾਰ ਹੀ ਨਿਕਲਣਗੇ। ਜਦੋਂ ਅੰਦਰ ਪਾ ਹੀ ਇਹ ਰਿਹਾ ਹੈ ਤਾਂ ਵਿਚਾਰ ਐਸੇ ਹੀ ਨਿਕਲਣਗੇ। ਤੇ ਜਿਹੜਾ ਮਨੁੱਖ ਇਹ ਸੋਚਦਾ ਹੈ ਕਿ ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ, ਮੇਰੇ ਅੰਦਰ ਪ੍ਰਭੂ ਵਸ ਰਿਹਾ ਹੈ, ਰੱਬ ਨੇ ਮੈਨੂੰ ਹਰ ਸ਼ੈ ਬਖਸ਼ਿਸ਼ ਕੀਤੀ ਹੈ, ਮੇਰੇ ਅੰਦਰ ਅਨੰਤ ਗੁਣ ਨੇ, ਅਨੰਤ ਤਾਕਤਾਂ ਨੇ, ਮੈਂ ਸਫਲਤਾ ਵਾਸਤੇ ਪੈਦਾ ਹੋਇਆ ਹਾਂ। ਇਸ ਦੁਨੀਆ ਵਿੱਚ ਚਾਰ ਚੁਫੇਰੇ ਸਫਲਤਾਵਾਂ ਔਰ ਸੁੱਖ ਸਹੂਲਤਾਂ ਮੌਜੂਦ ਨੇ, ਹਰ ਥਾਂ ਤੇ ਆਨੰਦ ਹੀ ਆਨੰਦ ਪਸਰਿਆ ਹੋਇਆ ਹੈ। ਮੈਂ ਇਹਦੀ ਵਰਤੋਂ ਕਰਾਂਗਾ। ਸੁਖੀ ਔਰ ਸ਼ਾਂਤ ਰਹਿਣਾ ਮੇਰਾ ਹੱਕ ਵੀ ਹੈ, ਮੇਰਾ ਫਰਜ਼ ਵੀ ਹੈ। ਤਾਂ ਉਹ ਲੋਕ ਜਿਹੜੇ ਨੇ ਸਫਲ ਹੋ ਜਾਂਦੇ ਨੇ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਨਾਮ ਵਿੱਚ ਜਿਨ੍ਹਾਂ ਦੇ ਅੰਦਰ ਸ਼ੁਰੂ ਤੋਂ ਹੀ ਤੂੰ ਸੰਸਕਾਰ ਪੈਦਾ ਕੀਤੇ ਹਨ, हे ਪ੍ਰਭੂ, ਉਹ ਤੇਰੀ ਸਿਫਤ ਸਲਾਹ ਦੇ ਅੰਦਰ ਲੱਗੇ ਹੋਏ ਹਨ। ਸਿਫਤ ਸਲਾਹ ਦਾ ਮਤਲਬ ਉਹ ਗੁਣਾਂ ਬਾਰੇ ਸੋਚਦੇ ਨੇ, ਗੁਣਾਂ ਬਾਰੇ ਬੋਲਦੇ ਨੇ, ਗੁਣਾਂ ਵਾਲਾ ਵਿਹਾਰ ਕਰਦੇ ਹਨ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੁੰਦਾ ਹੈ। ਕਹਿ ਨਾਨਕ ਤਹਿ ਸੁਖ ਹੋਵਾ। ਉਸ ਹਿਰਦੇ ਘਰ ਦੇ ਅੰਦਰ ਫਿਰ ਸੁੱਖ ਪੈਦਾ ਹੁੰਦਾ ਹੈ। ਉਸ ਹਿਰਦੇ ਘਰ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ। ਉਸ ਹਿਰਦੇ ਘਰ ਦੇ ਅੰਦਰ ਸ਼ਾਂਤੀ ਆਉਂਦੀ ਹੈ, ਖੁਸ਼ੀਆਂ ਆਉਂਦੀਆਂ ਨੇ। ਤਿਤ ਘਰ ਅਨਹਦ ਵਾਜੇ। ਉਸ ਹਿਰਦੇ ਘਰ ਦੇ ਅੰਦਰ ਅਨਹਦ ਦਾ ਮਤਲਬ ਲਗਾਤਾਰ ਇੱਕ ਰਸ, ਵਾਜੇ ਦਾ ਮਤਲਬ ਇਹ ਜਿਹੜੇ ਸੁੱਖ ਨੇ ਉਹ ਵੱਜਦੇ ਰਹਿੰਦੇ ਨੇ, ਸ਼ੁਭ ਗੁਣ ਵੱਜਦੇ ਰਹਿੰਦੇ ਨੇ। ਭਾਵ ਕਿ ਉੱਥੇ ਸੁੱਖਾਂ ਦਾ ਔਰ ਸ਼ੁਭ ਗੁਣਾਂ ਦਾ ਪ੍ਰਭਾਵ ਹਰ ਵਕਤ ਬਣਿਆ ਰਹਿੰਦਾ ਹੈ। ਉੱਥੇ ਹਮੇਸ਼ਾ ਚੜ੍ਹਦੀ ਕਲਾ ਹੈ, ਉੱਥੇ ਹਮੇਸ਼ਾ ਵਧਾਈਆਂ ਨੇ, ਉੱਥੇ ਹਮੇਸ਼ਾ ਅਨਹਦ ਵਾਜੇ ਨੇ। ਭਾਵ ਕਿ ਉੱਥੇ ਜੋ ਸ਼ੁਭ ਉਪਦੇਸ਼ ਹੈ, ਸ਼ੁਭ ਗੁਣ ਨੇ, ਸੁਖ ਹੈ, ਸ਼ਾਂਤੀ ਹੈ, ਆਨੰਦ ਹੈ, ਖੇੜਾ ਹੈ, ਪ੍ਰਸੰਨਤਾ ਹੈ, ਉਸ ਹਿਰਦੇ ਘਰ ਦੇ ਅੰਦਰ, ਉਸ ਸੋਚ ਦੇ ਅੰਦਰ ਹਮੇਸ਼ਾ ਇਹ ਚੀਜ਼ਾਂ ਬਣੀਆਂ ਰਹਿੰਦੀਆਂ, ਉੱਥੇ ਆਨੰਦ ਪੈਦਾ ਹੋ ਜਾਂਦਾ ਹੈ। ਤਾਂ ਹੁਣ ਇਹ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਜ਼ਿੰਦਗੀ ਕੈਸੀ ਜੀਣੀ ਚਾਹੁੰਦੇ ਹਾਂ। ਜੋ ਇਸ ਪੰਜਵੀਂ ਪੌੜੀ ਦੇ ਅੰਦਰ ਸਾਨੂੰ ਵਿਚਾਰ ਦਿੱਤੀ ਗਈ ਹੈ, ਜਿਹੜਾ ਵੀ ਇਨਸਾਨ ਇਹਨਾਂ ਗੁਣਾਂ ਦਾ ਧਾਰਨੀ ਹੋਏਗਾ ਉਹ ਵੱਡੇ ਭਾਗਾਂ ਵਾਲਾ ਹੋ ਜਾਏਗਾ। ਉਹਦੇ ਜੀਵਨ ਦੇ ਅੰਦਰ ਸदैवी ਸੁੱਖ ਬਣਿਆ ਰਹੇਗਾ, ਉਹਦੇ ਜੀਵਨ ਦੇ ਅੰਦਰ ਆਨੰਦ ਬਣਿਆ ਰਹੇਗਾ, ਉਹਦੇ ਜਿਹੜੇ ਵਿਕਾਰ ਨੇ ਉਹਦੇ ਅੰਡਰ ਰਹਿਣਗੇ, ਉਹਦੇ ਅਧੀਨ ਰਹਿਣਗੇ। ਉਹਨੂੰ ਮੌਤ ਦਾ ਡਰ ਨਹੀਂ ਰਹੇਗਾ, ਆਤਮਕ ਮੌਤ ਤੇ ਉਹ ਕਦੇ ਨਹੀਂ ਮਰੇਗਾ, ਜ਼ਮੀਰ ਉਹਦੀ ਕਦੇ ਨਹੀਂ ਮਰੇਗੀ। ਉੱਥੇ ਹਮੇਸ਼ਾ ਬਸੰਤ ਬਹਾਰ ਬਣੀ ਰਹੇਗੀ, ਉੱਥੇ ਹਮੇਸ਼ਾ ਖੁਸ਼ੀਆਂ ਬਣੀਆਂ ਰਹਿਣਗੀਆਂ, ਖੇੜੇ ਬਣੇ ਰਹਿਣਗੇ, ਪ੍ਰਸੰਨਤਾ ਬਣੀ ਰਹੇਗੀ। ਹੁਣ ਦੇਖੋ, ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਜੇ ਤਾਂ ਅਸੀਂ ਆਨੰਦ ਚਾਹੁੰਦੇ ਹਾਂ, ਖੁਸ਼ੀ ਪ੍ਰਸੰਨਤਾ ਚਾਹੁੰਦੇ ਹਾਂ, ਤਾਂ ਦੇਖੋ ਕਿੰਨੇ ਸਿੰਪਲ ਤਰੀਕੇ ਦੇ ਨਾਲ
ਸੌਖੇ ਤਰੀਕੇ ਦੇ ਨਾਲ ਗੁਰੂ ਜੀ ਨੇ ਸਾਨੂੰ ਆਨੰਦ ਪ੍ਰਾਪਤੀ ਦਾ ਸਾਧਨ ਦੱਸਿਆ ਹੈ। ਨਾ ਸੰਸਾਰ ਨੂੰ ਛੱਡ ਕੇ ਜਾਣਾ ਹੈ, ਨਾ ਕੋਈ ਇੱਥੇ ਮਾਲਾ ਫੇਰਨ ਲਈ ਕਿਹਾ ਜਾ ਰਿਹਾ ਹੈ, ਨਾ ਇੱਥੇ ਸਮਾਧੀਆਂ ਲਾਉਣ ਵਾਸਤੇ ਕਿਹਾ ਜਾ ਰਿਹਾ ਹੈ। ਆਮ ਜ਼ਿੰਦਗੀ ਜੀਂਦਿਆਂ, ਘਰੇਲੂ ਜ਼ਿੰਮੇਵਾਰੀਆਂ ਨਿਭਾਉਂਦਿਆਂ, ਗ੍ਰਸਤ ਦੇ ਫਰਜ਼ ਨਿਭਾਉਂਦਿਆਂ, ਕਿਰਤਕਾਰ ਕਰਦਿਆਂ, ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦੇ ਅੰਦਰ ਮਿਲਦਿਆਂ ਵਰਤਦਿਆਂ ਸੱਚ ਨੂੰ ਆਧਾਰ ਬਣਾਉਣਾ ਹੈ। ਪ੍ਰਭੂ ਦੇ ਗੁਣਾਂ ਦੀ ਜ਼ਿੰਦਗੀ ਜੀਣੀ ਹੈ ਤੇ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਬਣੀ ਰਹੇ। ਅਗਲੀ ਪੌੜੀ 6ਵੀਂ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਬਚਨ ਕਰ ਰਹੇ ਹਨ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਨਿਮਾਣੀ ਦਾ ਮਤਲਬ ਵਿਚਾਰੀ, ਦੇਹ ਦਾ ਮਤਲਬ ਸਾਡਾ ਇਹ ਸਰੀਰ। ਸੱਚੀ ਲਿਵ ਤੋਂ ਬਿਨਾ ਇਹ ਦੇਹ ਨਿਮਾਣੀ ਹੈ, ਨਕਾਰੀ ਹੈ, ਕਿਸੇ ਕੰਮ ਦੀ ਨਹੀਂ। ਇਹ ਜੋ ਸਾਡਾ ਸਰੀਰ ਹੈ ਨਾ, ਜੇ ਸੱਚੀ ਲਿਵ ਨਹੀਂ ਤਾਂ ਫਿਰ ਇਹ ਸਰੀਰ ਬੇਕਾਰ ਹੈ, ਵਿਅਰਥ ਹੈ, ਫਿਰ ਇਹ ਕਿਸੇ ਕੰਮ ਦਾ ਨਹੀਂ। ਹੁਣ ਇੱਥੇ ਲਿਵ ਨੂੰ ਸਮਝਣਾ ਹੈ। ਲਿਵ ਦਾ ਮਤਲਬ ਸਮਾਧੀ ਲਾਣਾ ਨਹੀਂ ਹੈ, ਕਿਉਂਕਿ ਜਿਹੜੀਆਂ ਸਮਾਧੀਆਂ ਵਾਲੀਆਂ ਲਿਵਾਂ ਨੇ ਉਹਨਾਂ ਦਾ ਖੰਡਨ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਦੇ ਅੰਤਰ ਸ਼ੁਰੂ ਵਿੱਚ ਹੀ ਕਰ ਦਿੱਤਾ ਹੈ। ਗੁਰਦੇਵ ਜੀ ਦਾ ਪਾਵਨ ਬਚਨ ਹੈ ਨਾ ਕਿ ਜਪਜੀ ਸਾਹਿਬ ਦੇ ਸ਼ੁਰੂ ਦੇ ਵਿੱਚ ਅਸੀਂ ਪੜ੍ਹ ਆਏ ਨਾ, ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵ ਤਾਰ। ਲਿਵ ਦਾ ਮਤਲਬ ਇੱਥੇ ਸਮਾਧੀ ਨਹੀਂ ਹੈ, ਕਿਉਂਕਿ ਜੇ ਮੈਂ ਲਗਾਤਾਰ ਵੀ ਚੁੱਪ ਕੀਤਾ ਰਹਾ, ਸਮਾਧੀ ਲਾਈ ਰੱਖਾਂ, ਤਾਂ ਵੀ ਇਸ ਮਨ ਨੇ ਚੁੱਪ ਨਹੀਂ ਕਰਨਾ, ਸ਼ਾਂਤੀ ਨਹੀਂ ਆਉਣੀ। ਇੱਥੇ ਲਿਵ ਦਾ ਮਤਲਬ ਹੈ ਲਗਨ। ਲਗਨ, ਸਾਚੀ ਲਿਵੈ ਬਿਨ, ਸੱਚੀ ਲਗਨ ਤੋਂ ਬਿਨਾ ਇਹ ਸਰੀਰ ਨਕਾਰਾ ਹੈ, ਇਹ ਜੀਵਨ ਨਕਾਰਾ ਹੈ। ਹੁਣ ਲਗਨ ਜਿੱਧਰ ਹੋਏਗੀ, ਬੰਦਾ ਉਸ ਕਰਮ ਦੇ ਅੰਦਰ ਕਾਮਯਾਬੀ ਹਾਸਲ ਕਰੇਗਾ। ਭਾਵੇਂ ਕਿਸੇ ਪਾਸੇ ਵੀ ਦੇਖ ਲਓ, ਜਿਨ੍ਹਾਂ ਬੱਚਿਆਂ ਦੇ ਅੰਦਰ ਸੱਚੀ ਲਗਨ ਹੁੰਦੀ ਹੈ ਉਹ ਬੱਚੇ ਪੜ੍ਹਦੇ ਨੇ, ਉਹ ਬੱਚੇ ਕਾਮਯਾਬ ਹੁੰਦੇ ਨੇ, ਉਹ ਡਾਕਟਰ, ਇੰਜੀਨੀਅਰ ਆਦਿਕ ਬਣਦੇ ਨੇ। ਜਿਨ੍ਹਾਂ ਦੇ ਅੰਦਰ ਸੱਚੀ ਲਗਨ ਹੁੰਦੀ ਹੈ ਉਹ ਰਾਜਨੀਤੀ ਦੇ ਅੰਦਰ ਵੱਡੀਆਂ ਮੱਲਾਂ ਮਾਰਦੇ ਨੇ, ਸਮਾਜ ਵਿੱਚ ਉਹ ਚੰਗੇ ਰੁਤਬੇ ਪਾਉਂਦੇ ਨੇ, ਆਰਥਿਕ ਤੌਰ ਤੇ ਉਹ ਲੋਕ ਅਮੀਰ ਹੋ ਜਾਂਦੇ ਨੇ, ਧਾਰਮਿਕ ਤੌਰ ਤੇ ਉਹ ਚੰਗੇ ਜੀਵਨ ਵਾਲੇ ਹੁੰਦੇ ਨੇ। ਸੱਚੀ ਲਗਨ ਚਾਹੀਦੀ, ਝੂਠ ਦੀ ਲਗਨ ਨਹੀਂ। ਇਸ ਲਈ ਲਗਨ ਜੀਵਨ ਦੇ ਅੰਦਰ ਜ਼ਰੂਰੀ ਹੈ ਖੁਸ਼ੀ ਵਾਸਤੇ, ਲਗਨ ਜ਼ਰੂਰੀ ਹੈ ਆਨੰਦ ਵਾਸਤੇ। ਜੇ ਹੁਣ ਲਗਨ ਹੀ ਨਾ ਹੋਏ ਤੇ ਫਿਰ ਬੰਦਾ ਖੁਸ਼ੀ ਕਿਵੇਂ ਪਾ ਲਵੇਗਾ। ਹੁਣ ਜੇ ਸਾਡੀ ਲਗਨ ਹੋਵੇ ਪੱਕੇ ਤੌਰ ਤੇ ਸੱਚੀ, ਕਿ ਅਸੀਂ ਸੱਚ ਬੋਲਣਾ ਹੈ, ਲਗਨ ਹੀ ਸੱਚ ਦੀ ਲੱਗ ਜਾਏ, ਲਗਨ ਹੀ ਨਿਰਭੈਤਾ ਦੀ ਲੱਗ ਜਾਏ, ਲਗਨ ਨਿਰਵੈਰਤਾ ਦੀ ਲੱਗ ਜਾਏ कि सबको मीत हम आपन कीना, हम सबना के साजन, दूर परायो मन का बिरहा तो मेल कियो मेरे राजन। ऐसे बंदे ਨੂੰ ਕੌਣ ਪਰੇਸ਼ਾਨ ਕਰ ਲਵੇਗਾ ਜਿਹਦੀ ਲਗਨ ਹੀ ਸੱਚੀ ਹੈ। ਜੇ ਸਾਡੀ ਲਗਨ ਬਣ ਜਾਏ, ਇੱਕ ਓੰਕਾਰ ਦੇ ਵਿੱਚ ਪ੍ਰੀਤ ਬਣ ਜਾਏ, ਇੱਕ ਓੰਕਾਰ ਕਿ ਇੱਕ ਹੀ ਪਸਰਿਆ ਹੋਇਆ ਹੈ, ਇੱਕ ਹੀ ਸਮਾਇਆ ਹੋਇਆ ਹੈ, ਜੋ ਦਿਸੈ ਸੋ ਤੇਰਾ ਰੂਪ, ਜੋ ਕੁਛ ਨਜ਼ਰੀ ਪੈ ਰਿਹਾ ਪ੍ਰਭੂ ਇਹ ਤੇਰਾ ਹੀ ਰੂਪ ਹੈ। ਜੇ ਇਹ ਲਗਨ ਬਣ ਜਾਏ ਕਿ ਹਰ ਇਨਸਾਨ ਦੇ ਅੰਦਰ ਪ੍ਰਭੂ ਵਸ ਰਿਹਾ ਹੈ ਔਰ ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰੇ, ਜੇ ਇਹ ਲਗਨ ਹਰ ਇੱਕ ਦੇ ਅੰਦਰ ਲੱਗ ਜਾਏ ਤਾਂ ਦੱਸੋ ਜੀਵਨ ਦੇ ਵਿੱਚ ਕੋਈ ਦੁੱਖ ਰਹਿ ਜਾਏਗਾ? ਜੀਵਨ ਵਿੱਚ ਕੋਈ ਦੁੱਖ ਰਹੇਗਾ ਜੀ? ਬਿਲਕੁਲ ਵੀ ਨਹੀਂ ਰਹੇਗਾ। ਜੀਵਨ ਵਿੱਚ ਆਨੰਦ ਬਣ ਜਾਏਗਾ। ਪਰਿਵਾਰ ਵਿੱਚ ਬੱਚੇ ਨੇ, ਨੂੰਹ ਪੁੱਤਰ ਨੇ, ਪੋਤਰੀਆਂ ਪੋਤਰੇ ਨੇ, ਮਾਂ-ਬਾਪ ਨੇ, ਭੈਣ ਭਰਾ ਨੇ, ਜੇ ਸਾਰਿਆਂ ਦੇ ਅੰਦਰ ਲਗਨ ਲੱਗ ਜਾਏ ਪ੍ਰੀਤ ਦੀ ਕਿ ਪਿਆਰ ਦੇ ਨਾਲ ਰਹਿਣਾ ਹੈ, ਇੱਕ ਦੂਜੇ ਵਾਸਤੇ ਸਮਰਪਣ ਕਰਨਾ ਹੈ, ਪਾਰਦਰਸ਼ੀ ਜ਼ਿੰਦਗੀ ਜੀਣੀ ਹੈ, ਤਾਂ ਉਸ ਪਰਿਵਾਰ ਨੂੰ ਕੌਣ ਦੁਖੀ ਕਰ ਲਵੇਗਾ? ਉੱਥੇ ਸੁੱਖ ਕਿਵੇਂ ਨਹੀਂ ਆਏਗਾ? ਜੇ ਸਮਾਜ ਔਰ ਸੰਸਾਰ ਦੇ ਅੰਦਰ ਲਗਨ ਲੱਗ ਜਾਏ ਕਿ ਈਮਾਨਦਾਰੀ ਦੀ ਜ਼ਿੰਦਗੀ ਜੀਣੀ ਹੈ, ਤਾਂ ਫਿਰ ਰਿਸ਼ਵਤਖੋਰੀ ਔਰ 2 ਨੰਬਰ ਦੇ ਧੰਦੇ ਕਿਵੇਂ ਇਸ ਦੁਨੀਆ ਵਿੱਚ ਹੋ ਜਾਣਗੇ? ਸਵਾਲ ਹੀ ਨਹੀਂ ਨਾ ਪੈਦਾ ਹੁੰਦਾ, ਸਵਾਲ ਹੀ ਪੈਦਾ ਨਹੀਂ ਹੁੰਦਾ।
ਗੱਲ ਤਾਂ ਲਗਨ ਦੀ ਹੈ। ਜੇ ਹੁਣ ਜ਼ਿੰਦਗੀ ਦੇ ਅੰਦਰ ਲਗਨ ਲੱਗ ਜਾਏ ਕਿ ਮੈਂ ਕਾਮਯਾਬ ਹੋਣਾ ਹੈ ਕਿਸੇ ਵੀ ਕੰਮ ਵਿੱਚ, ਤਾਂ ਲਗਨ ਵਾਲਾ ਬੰਦਾ ਕਾਮਯਾਬ ਹੋ ਜਾਏਗਾ। ਲਗਨ ਵਾਲਾ ਬੰਦਾ ਕਾਮਯਾਬ ਹੋ ਜਾਏਗਾ। ਜਿਵੇਂ ਆਪ ਨੂੰ ਅਮਰੀਕਾ ਦੀ ਇੱਕ ਲੜਕੀ ਦੀ ਮੈਂ ਕਹਾਣੀ ਸੁਣਾਈ ਸੀ ਨਾ, ਸੱਚੀ ਕਹਾਣੀ, ਜਿਸ ਨੂੰ ਪੋਲੀਓ ਹੋ ਗਿਆ ਸੀ ਤੇ ਜਿਸ ਨੂੰ ਡਾਕਟਰ ਨੇ ਕਿਹਾ ਸੀ ਤੂੰ ਸਾਰੀ ਜ਼ਿੰਦਗੀ ਨਹੀਂ ਚੱਲ ਪਾਏਂਗੀ, ਪਰ ਉਸ ਦੀ ਮਾਂ ਸਕਾਰਾਤਮਕ ਸੋਚ ਵਾਲੀ ਸੀ, ਕਹਿਣ ਲੱਗੀ ਬੇਟੀ ਤੂੰ ਚਲੇਂਗੀ ਔਰ ਜ਼ਰੂਰ ਚਲੇਂਗੀ। ਤੇ ਉਸ ਬੱਚੀ ਨੇ ਚੱਲਣਾ ਸ਼ੁਰੂ ਕੀਤਾ ਸੀ ਔਰ ਅਖੀਰ ਉਹ 골ਡ ਮੈਡਲਿਸਟ ਬਣੀ ਰੇਸ ਦੇ ਅੰਦਰ। ਉਹਨੇ ਦੁਨੀਆ ਦਾ ਰਿਕਾਰਡ ਤੋੜਿਆ, ਵਰਲਡ ਰਿਕਾਰਡ ਕਾਇਮ ਕੀਤਾ, ਜਿਸ ਨੂੰ ਡਾਕਟਰ ਕਹਿ ਰਿਹਾ ਹੈ ਕਿ ਤੂੰ ਨਹੀਂ ਚੱਲ ਪਾਏਂਗੀ। ਹੁਣ ਕਿਉਂ ਚੱਲ ਪਾਈ? ਕਿਉਂਕਿ ਉਸ ਦੇ ਅੰਦਰ ਲਗਨ ਹੈ ਔਰ ਇੱਕੋ ਹੀ ਲਗਨ ਹੈ ਕਿ ਮੈਂ ਚੱਲਣਾ ਹੈ। ਨੈਗੇਟਿਵਿਟੀ ਹੈ ਹੀ ਨਹੀਂ, ਹਾਰ ਦਾ ਨਾਮ ਹੀ ਨਹੀਂ ਹੈ। ਉਹਦੇ ਅੰਦਰ ਖਿਆਲ ਸਿਰਫ ਜਿੱਤ ਦਾ ਹੈ। ਤੇ ਜੇ ਸਾਡੇ ਅੰਦਰ ਲਗਨ ਹੀ ਹੋਵੇ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ ਦੇ ਸ਼ੁਭ ਜਜ਼ਬਿਆਂ ਦੀ, ਤਾਂ ਕੌਣ ਦੁਖੀ ਕਰ ਲਵੇਗਾ? ਕੌਣ ਕਾਮਯਾਬ ਹੋਣ ਤੋਂ ਰੋਕ ਲਵੇਗਾ? ਕਦੇ ਵੀ। ਕਾਮਯਾਬ ਹੋਣ ਵਾਲੇ ਇਨਸਾਨ ਸਿਰਫ ਕਾਮਯਾਬੀ ਨੂੰ ਵੇਖਦੇ ਨੇ। ਦੇਖੋ ਮੁਹੰਮਦ ਗੌਰੀ ਨੇ 17 ਵਾਰੀ ਹਮਲੇ ਕੀਤੇ ਇੰਡੀਆ ਦੇ ਉੱਤੇ ਤੇ 17 ਵਾਰ ਉਹ ਹਾਰਦਾ ਰਿਹਾ। 17 ਵਾਰ ਹਾਰਦਾ ਰਿਹਾ, ਲੇਕਿਨ ਹਮਲੇ ਕਰਨੇ ਛੱਡੇ ਨਹੀਂ। ਉਹਦੇ ਬਾਰੇ ਗੱਲਾਂ ਕਰਦੇ ਹੋਣਗੇ ਨਾ ਲੋਕ, ਜਦੋਂ ਹਾਰ ਕੇ ਦੂਜੀ ਤੀਜੀ ਵਾਰੀ ਗਿਆ ਹੋਏਗਾ, ਤੇ ਉਹਦੇ ਪਿਓ ਨੇ ਵੀ ਆਖਿਆ ਹੋਣਾ ਵੀ ਕਿਉਂ ਮੇਰੀ ਬਦਨਾਮੀ ਕਰਾਂਦਾ ਹੈ। ਲੋਕ ਕਹਿੰਦੇ ਨੇ ਵੀ ਤੇਰਾ ਪੁੱਤਰ ਹਰ ਜਾਂਦਾ ਤੇ ਜੁੱਤੀਆਂ ਖਾ ਕੇ ਆਉਂਦਾ, ਹਾਰ ਕੇ ਆਉਂਦਾ। ਉਹ ਕਹਿਣ ਲੱਗਾ ਪਿਤਾ ਜੀ ਇੱਕ ਵਾਰੀ ਹੋਰ, ਇੱਕ ਵਾਰ ਹੋਰ, ਇੱਕ ਵਾਰ ਹੋਰ ਹਮਲਾ ਕੀਤਾ। ਉਹਦੀ ਮਾਂ ਨੇ ਵੀ ਕਿਹਾ ਹੋਣਾ ਨਾ ਕਿ ਕਿਉਂ ਮੇਰੇ ਦੁੱਧ ਨੂੰ ਲਾਜ ਲਾਣਾ। ਲੋਕ ਕਹਿੰਦੇ ਨੇ ਵੀ ਤੇਰਾ ਪਿਓ, ਤੇਰਾ ਪੁੱਤਰ ਜਿਹੜਾ ਹੈ ਤੀਜੇ ਦਿਨ ਛਿੱਤਰ ਖਾ ਕੇ ਆ ਰਿਹਾ ਹੈ। ਕਹਿਣ ਲੱਗਾ ਮਾਂ ਇੱਕ ਵਾਰ ਹੋਰ, ਇੱਕ ਵਾਰ ਹੋਰ। ਉਹਦੇ ਬੱਚਿਆਂ ਨੇ ਵੀ ਕਿਹਾ ਹੋਣਾ ਪਿਤਾ ਜੀ ਜਿੱਧਰ ਜਾਂਦੇ ਆ ਬਦਨਾਮੀ ਹੁੰਦੀ ਹੈ, ਤੇ ਉਹਨੇ ਬੱਚਿਆਂ ਨੂੰ ਵੀ ਕਿਹਾ ਹੋਣਾ ਨਾ ਇੱਕ ਵਾਰ ਹੋਰ। ਤੇ ਆਖਿਰ ਘਰ ਵਾਲੀ ਨੇ ਵੀ ਕਿਹਾ ਹੋਣਾ ਹੈ ਕਿ ਮੇਰੀ ਤੇ ਬੜੀ ਬੇਇੱਜ਼ਤੀ ਹੁੰਦੀ ਹੈ ਵੀ ਤੇਰਾ ਪਤੀ ਰੋਜ਼ ਛਿੱਤਰ ਖਾ ਕੇ ਆ ਜਾਂਦਾ ਹੈ, ਘਰ ਕਿਉਂ ਨਹੀਂ ਟਿਕ ਕੇ ਬਹਿੰਦਾ, ਉਹਨੂੰ ਸਮਝਾਉਂਦੀ ਕਿਉਂ ਨਹੀਂ, ਕਿੱਟੀ ਪਾਰਟੀਆਂ ਵਿੱਚ ਜਾਂਦੀਆਂ ਮੇਰੀ ਬਦਨਾਮੀ ਹੁੰਦੀ ਹੈ। ਤੇ ਘਰ ਵਾਲੀ ਨੂੰ ਉਹਨੇ ਕਿਹਾ ਹੋਣਾ ਨਾ ਇੱਕ ਵਾਰ ਹੋਰ। ਤੇ ਅਖੀਰ ਉਹਦੇ ਫੌਜੀਆਂ ਨੇ ਵੀ ਕਿਹਾ ਹੋਏਗਾ ਨਾ ਵੀ ਮਹਾਰਾਜ ਜੇ ਨਹੀਂ ਜਿੱਤਿਆ ਜਾਂਦਾ ਛੱਡੋ, ਕਿਉਂ ਮਰਵਾ ਰਹੇ ਹੋ? ਤੇ ਉਹਨੇ ਫਿਰ ਕਿਹਾ ਹੋਣਾ ਨਾ ਵੀ ਇੱਕ ਵਾਰ ਹੋਰ, ਤੇ ਅਖੀਰ ਜਿੱਤ ਗਿਆ ਨਾ, ਜਿੱਤ ਹਾਸਲ। ਯਾਨੀ ਜੇ ਤੁਸੀਂ ਕਿਤੇ ਅਸਫਲ ਹੋ ਰਹੇ ਹੋ ਤੇ ਹੌਸਲਾ ਹਾਰ ਕੇ ਨਾ ਬਹੋ, ਇੱਕ ਵਾਰ ਹੋਰ ਟਰਾਈ ਕਰੋ। ਕਈ ਵਾਰ ਤਾਲਾ ਜਿਹੜਾ ਹੈ ਨਾ ਗੁੱਛੇ ਦੀ ਅਖੀਰਲੀ ਚਾਬੀ ਦੇ ਨਾਲ ਖੁੱਲ ਜਾਂਦਾ। ਕਈ ਵਾਰ ਜਿੱਥੇ ਅਸੀਂ ਹਾਰ ਕੇ ਬਹਿੰਦੇ ਆ ਨਾ, ਸਿਰਫ 2 ਕਦਮ ਅੱਗੇ ਸਾਡੀ ਮੰਜ਼ਿਲ ਹੁੰਦੀ ਹੈ, 2 ਕਦਮ ਹੋਰ ਤੁਰੀਏ ਤਾਂ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਇਸ ਲਈ ਗੁਰਬਾਣੀ ਅੰਦਰ ਬਚਨ ਕੀਤਾ ਹੈ, ਆਗਾਹੂ ਕੂ ਤਰਾਗ ਪਿੱਛਾ ਫੇਰ ਨਾ ਮੁਹੜੜਾ, ਨਾਨਕ ਸਿੱਝ ਇਵੇਹਾ ਵਾਰ ਬਹੁੜ ਨਾ ਹੋਵੀ ਜਨਬੜਾ। ਇਸ ਲਈ ਸਾਚੀ ਲਿਵੇ ਬਿਨ ਦੇਹ ਨਿਮਾਣੀ, ਜੇ ਸੱਚੀ ਲਗਨ ਨਹੀਂ ਹੈ ਕਿਸੇ ਵੀ ਕੰਮ ਲਈ ਤਾਂ ਫਿਰ ਇਹ ਦੇਹ ਨਕਾਰੀ ਹੈ, ਬੇਕਾਰ ਹੈ। ਇਸ ਲਈ ਆਪਣੇ ਅੰਦਰ ਸੱਚੀ ਲਗਨ ਪੈਦਾ ਕਰਨੀ ਹੈ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੀ, ਰੱਬੀ ਰਜ਼ਾ ਦੇ ਅੰਦਰ ਤੁਰਨ ਦੀ ਸੱਚੀ ਲਗਨ ਚਾਹੀਦੀ ਹੈ। ਹਰ ਇੱਕ ਦੇ ਅੰਦਰ ਸੱਚੀ ਲਗਨ ਹੋਵੇ ਕਿ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਹੁਕਮ ਰਜ਼ਾਈ ਚੱਲਣਾ ਹੈ, ਮੇਰੀ ਜ਼ਿੰਦਗੀ ਦਾ ਏਮ ਹੈ। ਮੈਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ। ਕਾਮਯਾਬੀ ਦੇ ਨਾਲ ਤੁਹਾਡੀਆਂ ਝੋਲੀਆਂ ਭਰ ਜਾਣ। ਤੇ ਜੇ ਸੱਚੀ ਲਗਨ ਨਹੀਂ ਹੈ ਫਿਰ ਕੁਝ ਵੀ ਨਹੀਂ। ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰੀਆ। ਸੱਚੀ ਲਗਨ ਤੋਂ ਬਿਨਾ ਇਹ ਦੇਹ ਵਿਚਾਰੀ ਨਕਾਰੀ ਹੈ। ਇਹ ਕੀ ਕਰ ਸਕਦੀ ਹੈ? ਕੁਝ ਵੀ ਨਹੀਂ। ਇਹ ਦੇਹ ਕੀ ਕਰ ਸਕਦੀ ਹੈ? ਕੁਝ ਵੀ ਨਹੀਂ। ਜੇ ਅੰਦਰ ਮਨ ਦੇ ਅੰਦਰ ਲਗਨ ਹੀ ਨਹੀਂ ਹੈ ਤਾਂ ਦੇਹ ਕੀ ਕਰੇਗੀ? ਸਰੀਰ ਤੇ ਤੁਹਾਡਾ ਨੌਕਰ ਹੈ ਫਰੀ ਦਾ, ਜਿੱਧਰ ਕਹੋਗੇ ਇਹਨੇ ਤੁਰ ਪੈਣਾ,
ਜੇ ਤੁਸੀਂ ਕਹਿੰਦੇ ਹੋ ਵੀ ਸ਼ਰਾਬ ਦੀ ਬੋਤਲ ਲਿਆਉਣੀ ਹੈ ਠੇਕੇ ਤੋਂ, ਇਹਨੇ ਠੇਕੇ ਵੱਲ ਤੁਰ ਪੈਣਾ। ਇਹ ਤਾਂ ਫ੍ਰੀ ਦਾ ਨੌਕਰ ਹੈ, ਇਹ ਤੇ ਨਾ ਕਰ ਨਹੀਂ ਸਕਦਾ। ਤੇ ਜੇ ਤੁਸੀਂ ਕਹਿੰਦੇ ਹੋ ਕਿ ਅੰਮ੍ਰਿਤ ਛਕਣਾ ਹੈ ਤੇ ਇਹਨੇ ਅੰਮ੍ਰਿਤ ਛਕਣ ਵਾਸਤੇ ਤੁਰ ਪੈਣਾ। ਇਹ ਤਾਂ ਹੁਣ ਤੁਹਾਡੇ ਤੇ ਡਿਪੈਂਡ ਕਰੇਗਾ ਨਾ, ਮੇਰੇ ਤੇ ਡਿਪੈਂਡ ਕਰੇਗਾ ਨਾ। ਜੇ ਤੁਸੀਂ ਕਹਿੰਦੇ ਹੋ ਕਿ ਮੈਂ ਫਿਲਮੀ ਗਾਣੇ ਸੁਣਨੇ ਨੇ, ਅੰਦਰ ਸੋਚ ਫਿਲਮੀ ਗਾਣਿਆਂ ਦੀ ਹੈ, ਇਹ ਗਾਣੇ ਸੁਣੇਗਾ। ਤੇ ਜੇ ਕਹੋਗੇ ਮੈਂ ਗੁਰਬਾਣੀ ਦਾ ਕੀਰਤਨ ਸੁਣਨਾ ਤੇ ਗੁਰਬਾਣੀ ਦਾ ਕੀਰਤਨ ਸੁਣੇਗਾ, ਇਹਨੇ ਤੇ ਆਗਿਆ ਮੰਨਣੀ ਹੈ। ਜੇ ਸੱਚੀ ਲਿਵ ਹੈ ਤਾਂ ਇਹ ਸਰੀਰ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਹੈ। ਚੜਦੇਹੜ ਘੋੜੀ ਪਾਰ ਲੰਘਾਏ, ਇਹ ਸਰੀਰ ਨੂੰ ਯੂਜ਼ ਕਰਨਾ ਹੈ। ਇਹ ਘੋੜੀ ਦੀ ਤਰ੍ਹਾਂ ਹੈ, ਜਿੱਧਰ ਨੂੰ ਘੋੜੀ ਭਜਾਓਗੇ ਉਧਰ ਨੂੰ ਭੱਜੇਗੀ, ਜਿੱਧਰ ਨੂੰ ਕਾਰ ਚਲਾਓਗੇ ਉਸੇ ਪਾਸੇ ਨੂੰ ਤੁਹਾਨੂੰ ਲੈ ਜਾਏਗੀ, ਜਿੱਧਰ ਨੂੰ ਇਹ ਸਰੀਰ ਨੂੰ ਤੋਰੋਗੇ ਇਹ ਉਧਰ ਨੂੰ ਤੁਰ ਪਏਗਾ। ਚਾਹੇ ਖੁਸ਼ੀਆਂ ਵਾਲੇ ਰਾਹ ਤੇ ਤੋਰੋ ਜਾਂ ਚਿੰਤਾਵਾਂ ਵਾਲੇ ਰਾਹ ਤੇ ਤੋਰੋ, ਮਿਲਵਰਤਨ ਵਾਲੇ ਰਾਹ ਵੱਲ ਤੋਰੋ ਜਾਂ ਤੋੜ ਭੱਜ ਵਾਲੇ ਰਾਹ ਵੱਲ ਤੋਰੋ, ਇਹ ਰਿਸ਼ਤਿਆਂ ਨੂੰ ਤੋੜ ਫੋੜ ਵੀ ਕਰ ਦੇਵੇਗਾ। ਜ਼ਬਾਨ ਹੀ ਹੈ ਨਾ, ਜ਼ਬਾਨ ਨੂੰ ਕਹਿ ਦੋ ਬੁਰਾ ਬੋਲਣ ਲਈ, ਉਹਨੇ ਬੁਰਾ ਬੋਲਣ ਲੱਗ ਜਾਣਾ। ਜ਼ਬਾਨ ਨੇ ਤਾਂ ਬੋਲਣਾ ਹੈ। ਜ਼ਬਾਨ ਆਪਣੇ ਆਪ ਵਿੱਚ ਕੁਝ ਨਹੀਂ ਹੈ, ਇਹਨੂੰ ਤੁਸੀਂ ਜਿਵੇਂ ਕਹਿਣਾ ਹੈ ਉਵੇਂ ਬੋਲਣਾ ਹੈ। ਮਿੱਠੇ ਬੋਲ ਬੋਲੋ ਜਾਂ ਕੌੜੇ ਬੋਲੋ, ਤੁਹਾਡਾ ਦਿਮਾਗ ਹੈ। ਤੁਸੀਂ ਇਹਨੂੰ ਇਹਦੇ ਨਾਲ ਪ੍ਰੇਮ ਕਰੋ ਲੋਕਾਂ ਨਾਲ ਜਾਂ ਤੁਸੀਂ ਈਰਖਾ ਕਰੋ, ਤੁਹਾਡੇ ਤੇ ਡਿਪੈਂਡ ਕਰਨਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਦੇਹ ਨਿਮਾਣੀ ਲਿਵੇ ਬਾਝੂ ਕਿਆ ਕਰੇ ਵਿਚਾਰੀਆ। ਸੱਚੀ ਲਿਵ ਸੱਚੀ ਲਗਨ ਤੋਂ ਬਿਨਾਂ ਇਹ ਦੇਹ ਕੀ ਕਰ ਸਕਦੀ ਹੈ। ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਬਨਵਾਰੀਆ ਦਾ ਮਤਲਬ ਵਨ ਦਾ ਮਾਲਕ, ਜੰਗਲ ਦਾ ਮਾਲਕ, ਸੰਸਾਰ ਦਾ ਮਾਲਕ। हे ਸੰਸਾਰ ਦੇ ਮਾਲਕ ਪ੍ਰਭੂ, ਤੇਰੇ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ, ਤੂੰ ਸਰਬ ਸ਼ਕਤੀਮਾਨ ਹੈ। ਇਸ ਲਈ ਕਿਰਪਾ ਕਰ ਤੇ ਮੈਨੂੰ ਸੱਚੀ ਲਗਨ ਬਖਸ਼। ਰੱਬ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈ ਕਿ ਇਸ ਦੇਹੀ ਦੇ ਅੰਦਰ ਸੱਚੀ ਲਗਨ ਪੈਦਾ ਕਰ ਸਕੇ, ਮਨ ਦੇ ਅੰਦਰ ਸੱਚੀ ਲਗਨ ਪੈਦਾ ਕਰ ਸਕੇ। ਰੱਬੀ ਗੁਣਾ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਕੋਈ ਜੋਤਸ਼ੀ, ਕੋਈ ਬਾਬਾ, ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ, ਕੋਈ ਟੂਣਾ, ਕੋਈ ਤਵੀਤ, ਕੋਈ ਮੜੀ, ਕੋਈ ਕਬਰ, ਕੋਈ ਮਸਾਨ ਇਹ ਕੰਮ ਨਹੀਂ ਕਰ ਸਕਦਾ ਕਿ ਸੱਚੀ ਲਿਵ ਤੋਂ ਬਿਨਾਂ, ਸੱਚੀ ਲਗਨ ਤੋਂ ਬਿਨਾਂ ਕੋਈ ਸੁੱਖ ਦੇ ਸਕੇ। ਐਸਾ ਕਦੇ ਨਹੀਂ ਹੋਏਗਾ, ਨਾ ਪਿੱਛੇ ਹੋਇਆ, ਨਾ ਹੁਣ ਹੋ ਰਿਹਾ, ਨਾ ਹੋਵੇਗਾ। ਰੱਬ ਸਰਬ ਸ਼ਕਤੀਮਾਨ ਹੈ, ਸਮਰੱਥ ਹੈ, ਹਰ ਕੰਮ ਉਹ ਕਰ ਸਕਦਾ ਹੈ। ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਵਿਵਹਾਰੇ। ਧਰਤੀ ਤੇ ਚੜਿਆਂ ਨੂੰ ਆਕਾਸ਼ ਵਿੱਚ ਤੇ ਆਕਾਸ਼ ਦੇ ਅੰਦਰ ਉੱਡਣ ਵਾਲਿਆਂ ਨੂੰ ਧਰਤੀ ਤੇ ਡਿੱਗਣ ਦੀ ਸਮਰੱਥਾ ਹੈ ਰੱਬ ਦੇ ਅੰਦਰ। ਤੇ ਉਹ ਰੱਬ ਕਿੱਥੇ ਹੈ? ਤੁਹਾਡੇ ਅੰਦਰ, ਤੁਹਾਡਾ ਆਪਣਾ ਆਪਾ। ਕਿਤਨੇ ਲੋਕ ਨੇ ਆਕਾਸ਼ ਦੀਆਂ ਉਡਾਰੀਆਂ ਲਗਾਉਣ ਵਾਲੇ, ਜਿਨ੍ਹਾਂ ਦਾ ਆਚਰਨ ਬੜਾ ਉੱਚਾ ਸੀ, ਲੇਕਿਨ ਜਦੋਂ ਉਹ ਗਿਰੇ ਤੇ ਗਿਰ ਗਏ। ਤੇ ਕਿਤਨੇ ਲੋਕ ਐਸੇ ਨੇ ਜਿਨ੍ਹਾਂ ਦਾ ਆਚਰਨ ਨੀਵਾਂ ਸੀ, ਆਦਰਸ਼ ਨੀਵਾਂ ਸੀ, ਪਰ ਜਦੋਂ ਉਹਨਾਂ ਨੇ ਲਗਨ ਸੱਚੀ ਪੈਦਾ ਕੀਤੀ ਤੇ ਉਹ ਮਹਾਨ ਬਣ ਗਏ। ਲਗਨ ਹੈ ਨਾ ਜਿੱਧਰ ਦੀ ਲੱਗ ਜਾਏ। ਸ਼ੇਖ ਸੱਜਣ, ਜਿਹਨੂੰ ਸੱਜਣ ਠੱਗ ਕਹਿੰਦੇ ਆ, ਲੋਕਾਂ ਨੂੰ ਲੁੱਟਦਾ ਸੀ ਨਾ, ਮੁਸਾਫਰਾਂ ਨੂੰ ਕਤਲ ਕਰ ਦਿੰਦਾ ਸੀ, ਲਾਸ਼ਾਂ ਖੁਰਦ-ਬੁਰਦ ਕਰ ਦਿੰਦਾ ਸੀ। ਪਰ ਜਦੋਂ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਆਇਆ ਹੈ, ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੈ ਸੱਚ ਦਾ, ਤੇ ਸੱਚ ਦੇ ਨਾਲ ਇਹਦੀ ਲਗਨ ਲੱਗੀ, ਤਾਂ ਫਿਰ ਐਸੀ ਲਗਨ ਲੱਗੀ ਕਿ ਸੱਜਣ ਦਾ ਕਤਲਗਾਹ ਗੁਰਦੁਆਰੇ ਦੇ ਅੰਦਰ ਤਬਦੀਲ ਹੋ ਗਿਆ, ਧਰਮਸ਼ਾਲਾ ਵਿੱਚ ਬਦਲ ਗਿਆ। ਕੌਡੇ ਭੀਲ ਨੂੰ ਐਸੀ ਲਗਨ ਲੱਗੀ ਕਿ ਬੰਦਿਆਂ ਨੂੰ ਤੇਲ ਦੇ ਕੜਾਏ ਵਿੱਚ ਤਲ ਕੇ ਮਾਰਨ ਵਾਲਾ, ਜੀਵਨ ਦਾਨ ਦੇਣ ਵਾਲਾ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਸੁਣ ਕੇ ਐਸੀ ਲਗਨ ਲੱਗੀ ਲੋਕਾਂ ਦੇ ਅੰਦਰ ਕਿ ਜਿਨ੍ਹਾਂ ਨੂੰ ਚਿੜੀਆਂ ਔਰ ਜਿਨ੍ਹਾਂ ਨੂੰ ਗਿੱਦੜ ਕਿਹਾ ਜਾਂਦਾ ਸੀ, ਉਹ ਚਿੜੀਆਂ ਔਰ ਗਿੱਦੜ ਅਖਵਾਉਣ ਵਾਲਿਆਂ ਦੇ ਅੰਦਰ ਐਸੀ ਸੱਚ ਦੀ ਲਗਨ ਪੈਦਾ ਹੋਈ ਕਿ ਜ਼ੁਲਮ ਔਰ ਜ਼ਾਲਮ ਦਾ ਵਿਨਾਸ਼ ਕਰ ਦਿੱਤਾ, ਦੇਸ਼ ਦਾ ਨਕਸ਼ਾ ਬਦਲ ਦਿੱਤਾ, ਗੁਲਾਮੀਆਂ ਦੀਆਂ ਜੰਜੀਰਾਂ ਕੱਟ ਦਿੱਤੀਆਂ। ਇਸ ਲਈ ਸਰਬ ਸ਼ਕਤੀਮਾਨ ਰੱਬ ਤੁਹਾਡੇ ਅੰਦਰ ਹੈ, ਮੇਰੇ ਅੰਦਰ ਹੈ। ਉਹਦੇ ਤੋਂ ਬਿਨਾਂ ਕੋਈ ਸਮਰੱਥ ਨਹੀਂ, ਉਹ ਸਰਬ ਸ਼ਕਤੀਮਾਨ ਹੈ। ਉਹਦੇ ਚਰਨਾਂ ਦੀ ਸ਼ਰਨ ਵਿੱਚ ਜਾਣਾ ਹੈ। ਆਪਣੇ ਆਪੇ ਦੇ ਅੰਦਰੋਂ ਇਹ ਚੀਜ਼ਾਂ ਪ੍ਰਗਟ ਕਰਨੀਆਂ ਨੇ। ਤੁਹਾਡੇ ਅੰਦਰ ਬੈਠਾ ਹੋਇਆ ਹੈ
ਮੇਰੇ ਅੰਦਰ ਬੈਠਾ ਹੋਇਆ ਹੈ, ਉਹ ਰੱਬ ਦੇ ਗੁਣ ਮੇਰੇ ਅੰਦਰ ਨੇ, ਉਹਨਾਂ ਦੇ ਨਾਲ ਸੱਚੀ ਲਿਵ ਲਗਾਣੀ ਹੈ, ਲਗਨ ਲਗਾਣੀ ਹੈ ਗੁਣਾਂ ਦੇ ਨਾਲ। ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ। ਇਹ ਦੇਹੀ ਨੂੰ ਹੋਰ ਕੋਈ ਥਾਂ ਨਹੀਂ ਹੈ ਕਿ ਜਿੱਥੇ ਜਾ ਕੇ ਸੁਖ ਪਾ ਸਕੇ, ਕਾਮਯਾਬੀ ਹਾਸਲ ਕਰ ਸਕੇ। ਇਸ ਲਈ ਸ਼ਬਦ ਲਾਗ ਸਵਾਰੀਆ, ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ। ਸ਼ਬਦ ਵਿੱਚ, ਸ਼ਬਦ ਦਾ ਮਤਲਬ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਵੇ ਆਫ ਲਾਈਫ। ਗੁਰੂ ਦੇ ਸ਼ਬਦ ਦੇ ਨਾਲ ਲੱਗ ਕੇ ਇਸ ਦੇਹੀ ਨੂੰ ਸਵਾਰਿਆ ਜਾ ਸਕਦਾ ਹੈ। ਯਾਨੀ ਸੱਚੀ ਲਗਨ ਕਾਹਦੇ ਵਿੱਚ ਲਾਣੀ ਹੈ? ਗੁਰੂ ਦੇ ਸ਼ਬਦ ਦੇ ਅੰਦਰ, ਗੁਰੂ ਦੀ ਵਿਚਾਰਧਾਰਾ ਵਿੱਚ, ਗੁਰੂ ਦੇ ਦਿੱਤੇ ਵੇ ਆਫ ਲਾਈਫ ਵਿੱਚ। ਜੋ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਵਿਚਾਰਦੇ ਹਾਂ, ਸੱਚੀ ਲਗਨ ਲਾਣੀ ਹੈ ਉਹਦੇ ਤੇ ਅਮਲ ਕਰਨ ਵਿੱਚ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਉਸ ਹੁਕਮ ਰਜ਼ਾ ਦੇ ਅੰਦਰ ਚੱਲਣ ਦੀ ਲਗਨ ਪੈਦਾ ਕਰਨੀ। ਜਿਹੜੀਆਂ 6 ਗੱਲਾਂ ਸਾਂਝੀਆਂ ਕੀਤੀਆਂ ਨੇ, ਅੱਖਾਂ ਨਾਲ ਹਰ ਧੀ ਭੈਣ ਨੂੰ ਧੀ ਭੈਣ ਵੇਖਣਾ, ਕੰਨਾਂ ਦੇ ਨਾਲ ਸੱਚ ਸੁਣਨਾ, ਜ਼ਬਾਨ ਨਾਲ ਸੱਚੇ ਪਿਆਰੇ ਮਿੱਠੇ ਔਰ ਸਕਾਰਾਤਮਕ ਬੋਲ ਬੋਲਣੇ, ਹੱਥਾਂ ਦੇ ਨਾਲ 10 ਨਵਾਂ ਦੀ ਇਮਾਨਦਾਰੀ ਦੀ ਕਿਰਤ ਕਰਨੀ ਔਰ ਵੰਡ ਕੇ ਛਕਣਾ, ਤੇ ਪੈਰਾਂ ਦੇ ਨਾਲ ਸਹੀ ਰਾਹ ਤੇ ਤੁਰਨਾ, ਮਨ ਕਰਕੇ ਸੱਚ ਬਾਰੇ ਸੋਚਣਾ। ਇਹ ਹੈ ਗੁਰੂ ਦਾ ਉਪਦੇਸ਼। ਇਹਦੇ ਅੰਦਰ ਲਗਨ ਲਾਣੀ। ਫਿਰ ਇਹ ਦੇਹੀ ਸੰਵਰ ਜਾਏਗੀ, ਫਿਰ ਇਹ ਦੇਹੀ ਸੁੰਦਰ ਹੋ ਜਾਏਗੀ, ਫਿਰ ਇਹ ਦੇਹੀ ਮਹਾਨ ਹੋ ਜਾਏਗੀ, ਕਿਉਂਕਿ ਇਸ ਦੇਹੀ ਦੇ ਨਾਲ ਮਹਾਨ ਕਾਰਜ ਕਰਨੇ ਨੇ। ਤੇ ਜੇ ਇਸ ਦੇਹੀ ਨਾਲ ਮਹਾਨ ਕਾਰਜ ਨਹੀਂ ਕਰਾਂਗੇ ਤਾਂ ਫਿਰ ਇਹ ਦੇਹੀ ਨਕਾਰੀ ਹੋ ਜਾਏਗੀ। ਕਿੰਨੀ ਨਕਾਰੀ ਹੈ ਉਹ ਦੇਹੀ ਜਿਹੜੀ ਦੇਹੀ ਪਾਪ ਕਰਮ ਕਰਨ ਜਾਂਦੀ ਹੈ। ਕਿੰਨਾ ਨਕਾਰਾ ਹੈ ਉਹ ਸਰੀਰ ਜਿਹੜਾ ਸ਼ਰਾਬ ਪੀ ਕੇ ਵਹਿਣੀ ਚ ਪਿਆ ਤੇ ਕੁੱਤੇ ਮੂੰਹ ਚੱਟਦੇ ਨੇ ਪਏ। ਤੇ ਕਿੰਨਾ ਸ਼ੋਭਨੀਕ ਹੈ ਉਹ ਸਰੀਰ, ਜਿਵੇਂ ਆ ਖਾਲਸਾ ਐਡ ਵਾਲਿਆਂ ਨੇ ਨਾਮ ਰੋਸ਼ਨ ਕੀਤਾ ਨਾ ਪੂਰੀ ਦੁਨੀਆ ਵਿੱਚ ਸਿੱਖਾਂ ਦਾ, ਜਾਂ ਕੋਰੋਨਾ ਵਾਇਰਸ ਦੇ ਵਿੱਚ ਸਿੱਖ ਨੌਜਵਾਨ ਬੱਚਿਆਂ ਨੇ, ਬਜ਼ੁਰਗਾਂ ਨੇ, ਭੈਣਾਂ ਨੇ ਲੰਗਰ ਪਕਾ ਕੇ ਕਿੰਨੀ ਸਾਰੀ ਸੇਵਾ ਕੀਤੀ ਹੈ ਨਾ, ਹੈਲਪ ਕੀਤੀ ਹੈ। ਕਿੰਨੇ ਸੋਹਣੇ ਨੇ ਉਹ ਸਰੀਰ, ਕਿੰਨੇ ਚੰਗੇ ਨੇ ਉਹ ਲੋਕ। ਜਿਵੇਂ ਹੁਣ ਡਾਕਟਰ ਨੇ, ਨਰਸਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਨੇ ਸੇਵਾ ਕੀਤੀ ਹੈ ਨਾ। ਪੁਲਿਸ ਵਾਲੇ ਲੋਕ ਨੇ, ਉਹਨਾਂ ਨੇ ਕੰਟਰੋਲ ਕੀਤਾ ਹੈ। ਡਾਕਟਰ ਲੋਕ ਨੇ। ਕਹਿਣ ਤੋਂ ਭਾਵ ਕਿ ਜਿਹੜਾ ਵੀ ਬੰਦਾ ਕੋਈ ਚੰਗਾ ਕੰਮ ਕਰ ਰਿਹਾ ਹੈ, ਕਿੰਨਾ ਚੰਗਾ ਹੈ ਉਹ ਬੰਦਾ। ਐਸਾ ਕਿਉਂ ਹੋ ਗਿਆ? ਕਿਉਂਕਿ ਉਹਨਾਂ ਦੀ ਲਗਨ ਚੰਗੀ ਸੀ, ਲਗਨ ਸੱਚੀ ਸੀ, ਉਹਨਾਂ ਦੀ ਲਗਨ ਪਰਉਪਕਾਰ ਵਾਲੀ ਹੈ। ਤੇ ਜੇ ਅਸੀਂ ਘਰਾਂ ਦੇ ਅੰਦਰ ਲਗਨ ਪੈਦਾ ਕਰ ਲਈਏ, ਸਾਡੀਆਂ ਨੂੰਹਾਂ ਧੀਆਂ, ਕਿ ਅਸੀਂ ਆਪਣੇ ਬਜ਼ੁਰਗ ਸੱਸਾਂ ਸਹੁਰਿਆਂ ਦਾ ਆਦਰ ਸਤਿਕਾਰ ਕਰਨਾ ਹੈ, ਤੇ ਜੇ ਬਜ਼ੁਰਗ ਵੀ ਆਪਣੇ ਅੰਦਰ ਲਗਨ ਪੈਦਾ ਕਰ ਲੈਣ ਕਿ ਇਹਨਾਂ ਨੂੰਹਾਂ ਧੀਆਂ ਨੂੰ ਆਪਣੀਆਂ ਬੇਟੀਆਂ ਸਮਝਣਾ ਹੈ, ਨੂੰਹਾਂ ਪੁੱਤਰ ਜਿਹੜੇ ਨੇ ਲਗਨ ਪੈਦਾ ਕਰ ਲੈਣ ਕਿ ਅਸੀਂ ਮਾਪਿਆਂ ਨਾਲ ਪਿਆਰ ਕਰਨਾ ਹੈ, ਤੇ ਮਾਪੇ ਵੀ, ਤੇ ਕਿੰਨੇ ਸੋਹਣੇ ਪਰਿਵਾਰ ਬਣ ਜਾਣਗੇ। ਗੱਲ ਤਾਂ ਲਗਨ ਦੀ ਹੈ। ਤੇ ਜੇ ਅੰਦਰ ਸ਼ੁਭ ਗੁਣ ਨੇ, ਸ਼ੁਭ ਗੁਣਾਂ ਦੀ ਲਗਨ ਹੈ, ਫਿਰ ਇਹ ਸਰੀਰ ਸਫਲਾ ਹੈ। ਇਸ ਨੂੰ ਹੋਰ ਥਾਂ ਨਾਹੀਂ ਸ਼ਬਦ ਲਾਗ ਸਵਾਰੀਆ। ਇਹਦੇ ਵਾਸਤੇ ਹੋਰ ਕੋਈ ਥਾਂ ਨਹੀਂ ਹੈ। ਗੁਰੂ ਦਾ ਉਪਦੇਸ਼ ਹੀ ਹੈ ਇੱਕੋ ਇੱਕ ਸਾਧਨ। ਜਿਵੇਂ ਅਸੀਂ ਪੜ੍ਹਿਆ ਹੈ ਨਾ, ਹੁਕਮ ਰਜ਼ਾਈ ਚੱਲਣਾ, ਇੱਕੋ ਹੀ ਸਾਧਨ ਹੈ ਹੁਕਮ ਰਜ਼ਾਈ ਚੱਲਣਾ। ਇੱਕੋ ਹੀ ਸਾਧਨ ਹੈ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ, ਸੱਚ ਦੇ ਰਾਸਤੇ ਨੂੰ ਅਪਣਾਣਾ, ਗੁਰੂ ਗਿਆਨ ਦੇ ਅੰਦਰ ਆਪਣੀ ਜ਼ਿੰਦਗੀ ਜੀਣੀ, ਅਗਵਾਈ ਵਿੱਚ, ਗੁਰੂ ਗਿਆਨ ਦੀ ਅਗਵਾਈ ਦੇ ਵਿੱਚ ਜ਼ਿੰਦਗੀ ਜੀਣੀ। ਹੋਰ ਕੋਈ ਥਾਂ ਨਹੀਂ ਹੈ। ਹੋਰ ਬਾਹਰ ਨਹੀਂ ਸੁੱਖ ਲੱਭੇ, ਬਾਹਰ ਨਹੀਂ ਸ਼ਾਂਤੀ, ਅੰਦਰ ਹੈ, ਹਰ ਇੱਕ ਦੇ ਅੰਦਰ ਹੈ। ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਣੀ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿ ਨਾਨਕ ਲਿਵੇ ਬਾਝੋਂ ਕਿਆ ਕਰੇ ਵਿਚਾਰੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਾਵਨ ਬਚਨ ਕਰਦੇ ਹਨ ਕਿ ਲਿਵ ਤੋਂ ਬਿਨਾ, ਲਗਨ ਤੋਂ ਬਿਨਾ ਇਹ ਦੇਹੀ ਵਿਚਾਰੀ ਕੀ, ਇਹ ਕੁਛ ਵੀ ਨਹੀਂ, ਨਕਾਰੀ ਹੈ, ਨਿਕੰਮਾ ਹੈ ਇਹ ਸਰੀਰ। ਜੇ ਅੰਦਰ ਸੱਚੀ ਲਗਨ ਨਹੀਂ, ਇਸ ਲਈ ਇਹ ਸਰੀਰ ਨੂੰ ਨਿਕੰਮਾ ਨਾ ਹੋਣ ਦਿਓ, ਆਪਣੇ ਅੰਦਰ ਲਗਨ ਪੈਦਾ ਕਰੋ। ਜਿਨ੍ਹਾਂ ਦੇ ਅੰਦਰ ਲਗਨ ਹੈ ਨਾ ਸਰੀਰ ਨੂੰ ਅਰੋਗ ਰੱਖਣ ਦੀ, ਤਾਂ ਉਹ ਸਹੀ ਖਾਣਾ ਵੀ ਖਾਣਗੇ, ਸਵੇਰੇ ਉੱਠ ਕੇ ਥੋੜੀ ਬਾਤੀ ਕਸਰਤ ਵੀ ਕਰਨਗੇ, ਉਹ ਸੈਰ ਵੀ ਜਾਣਗੇ, ਰੇਸ ਵੀ ਲਗਾਣਗੇ, ਸਵੀਮਿੰਗ ਕਰਨਗੇ, ਜਾਂ ਜਿਮ ਆਦਿਕ ਦੇ ਵਿੱਚ ਜਾਣਗੇ, ਕੋਈ ਵੀ ਕੰਮ ਕਰਨਗੇ। ਸੱਚੀ ਲਗਨ ਹੋਏਗੀ ਤੇ ਸਰੀਰ ਅਰੋਗ ਰਹੇਗਾ ਨਾ।
ਜਿਨ੍ਹਾਂ ਦੇ ਅੰਦਰ ਸੱਚੀ ਲਗਨ ਹੋਏਗੀ ਕਿ ਮੈਂ ਆਪਣੇ ਗਿਆਨ ਦੇ ਅੰਦਰ ਵਾਧਾ ਕਰਨਾ ਹੈ, ਉਹ ਲੋਕ ਕਿਤਾਬਾਂ ਪੜ੍ਹਨਗੇ, ਸਕੂਲ ਕਾਲਜ ਯੂਨੀਵਰਸਿਟੀਜ਼ ਵਿੱਚ ਜਾਣਗੇ। ਜੇ ਗੁਰਬਾਣੀ ਦੇ ਨੂੰ ਸਮਝਣ ਦੀ ਸੱਚੀ ਲਗਨ ਹੈ ਤੇ ਗੁਰਬਾਣੀ ਦੇ ਅਰਥ ਮੀਨਿੰਗ ਸਮਝੇਗਾ ਬੰਦਾ, ਗਿਆਨ ਚ ਵਾਧਾ ਕਰੇਗਾ। ਜੇ ਲਗਨ ਹੋਏਗੀ ਤਾਂ ਹੀ ਹੈ ਨਾ। ਜੇ ਮਾਨਸਿਕਤਾ ਆਪਣੀ ਮੈਂਟੈਲਿਟੀ ਨੂੰ ਉੱਚੀ ਔਰ ਮਹਾਨ ਬਣਾਉਣ ਦੀ ਲਗਨ ਹੋਏਗੀ, ਸਰਬ ਦੇ ਭਲੇ ਵਾਲੀ, ਸਾਰਿਆਂ ਦੇ ਦੁੱਖ ਸੁੱਖ ਵਿੱਚ ਸਾਂਝੇ ਹੋਣ ਦੀ ਲਗਨ ਹੋਏਗੀ, ਤਾਂ ਹੀ ਇਹ ਸਰੀਰ ਸ਼ਾਮਲ ਹੋਏਗਾ। ਸਰੀਰ ਵਿਚਾਰਾ ਕੀ ਕਰੇ? ਜੇ ਆਤਮਿਕ ਜ਼ਿੰਦਗੀ ਜੀਣ ਦੀ ਅੰਦਰ ਲਗਨ ਪੈਦਾ ਹੋ ਜਾਏਗੀ, ਚਾਹਤ ਪੈਦਾ ਹੋਏਗੀ, ਤਾਂ ਹੀ ਇਹ ਸਰੀਰ ਉਹ ਕਰਮ ਕਰੇਗਾ ਨਾ। ਆਰਥਿਕ ਤੌਰ ਤੇ ਸੰਪੰਨ ਹੋਣ ਦੀ ਜੇ ਅੰਦਰ ਲਗਨ ਹੈ, ਚੰਗਾ ਧਾਰਮਿਕ ਜੀਵਨ ਜੀਣ ਦੀ ਲਗਨ ਹੈ, ਜੇ ਇਸ ਸਮਾਜ ਨੂੰ ਸਵਰਗ ਬਣਾਉਣ ਦੀ ਲਗਨ ਹੈ, ਜੇ ਆਪਣੇ ਜੀਵਨ ਨੂੰ ਸੁਖੀ ਸ਼ਾਂਤ ਕਰਨ ਦੀ ਲਗਨ ਹੈ, ਤਾਂ ਹੀ ਪੈਦਾ ਹੋਏਗਾ ਨਾ ਸੁਖ। ਨਹੀਂ ਤਾਂ ਬਿਨਾਂ ਲਗਨ ਤੋਂ ਇਹ ਸਰੀਰ ਵਿਚਾਰਾ ਕੀ ਕਰੇਗਾ? ਇਹਨੂੰ ਤੇ ਤੁਸੀਂ ਕਹੋਗੇ ਗਾਲਾਂ ਕੱਢੋ ਤੇ ਗਾਲਾਂ ਕੱਢੀ ਜਾਏਗਾ, ਪ੍ਰੇਮ ਨਾਲ ਕਹੋਗੇ ਪ੍ਰੇਮ ਨਾਲ। ਇਸ ਲਈ ਸੱਚੀ ਲਗਨ ਅਤਿਅੰਤ ਜ਼ਰੂਰੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਸਾਡੇ ਅੰਦਰ ਸੱਚੀ ਲਗਨ ਪੈਦਾ ਹੋ ਜਾਏ ਔਰ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜੀਏ, ਗੁਰਬਾਣੀ ਨੂੰ ਅਸੀਂ ਸਮਝੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਵਾਸਤੇ ਆਪਣੇ ਅੰਦਰ ਲਗਨ ਪੈਦਾ ਕਰੀਏ। ਜਿਸ ਦੇ ਅੰਦਰ ਇਹ ਲਗਨ ਪੈਦਾ ਹੋ ਗਈ, ਉਹਦਾ ਜੀਵਨ ਸਫਲ ਔਰ ਸੁਚੱਜਾ ਹੋ ਜਾਏਗਾ। ਉਹਦੇ ਜੀਵਨ ਦੇ ਅੰਦਰ ਆਨੰਦ ਪੈਦਾ ਹੋਏਗਾ। ਤੇ ਜੇ ਆਨੰਦ ਵਾਸਤੇ, ਖੁਸ਼ੀ ਵਾਸਤੇ ਲਗਨ ਨਹੀਂ ਹੈ, ਤਾਂ ਫਿਰ ਆਨੰਦ ਔਰ ਖੁਸ਼ੀ ਪੈਦਾ ਹੋਏਗੀ ਨਹੀਂ। ਤਾਂ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ।